सतनाम श्री वाहिगुरु साहिब जी। श्री नानक पाद पंकज बंद, पाद पंकज बंद। सिमरो अंगद दोख निकंदन, अमरदास गुर हृदय तिहा, हृदय नित तिहावो। श्री गुरु रामदास गुण गाव, श्री अर्जन बेगनन के नासक, बेगनन के नास। हर गोबिंद शुभ सुमत प्रकाशक, श्री हर राय नमो कर जोर, नमो कर जोरी। श्री हर कृष्ण मनाए बहोरी, तेग बहादुर परम कृपाला, परम कृपाला। श्री गुरु गोबिंद सिंह बेसाला, तारों तारा पर पुन पुन सीसा, पुन पुन सीसा। बंदों बार बार जगदीशा, जिसमें अमृत ज्ञान है, माणिक भगत वैराग। श्री गुरु ग्रंथ साहिब बंदों कार्य अनुराग। एकंकारा सतगुरु ते प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। सुलहे पठान क्रोध तार कै महान पनै, अब लग तेरा संग बाद सो उठावही। समझियो ना जोर ना बिलोक्यो हम ओर तिन, मालक मुल्क को न जान त्रास पावही। तेरे हेत गयो तब सखा है लगत निके, गयो पुर छोर सो प्रसंग बिसरावही। देव मैं सजाए इस बात के समर्थ मोहे, तौ पातशाह पास जाए कै सुनावही। वाहिगुरु जी का खालसा, वाहिगुरु जी की फतेह। जुगो जुग अटल दसां पातशाहियां दे आत्म स्वरूप ज्ञान दे मुजस्मे, धन धन साहिब श्री गुरु ग्रंथ साहिब जी महाराज सच्चे पातशाह जी दे पावन पवित्र चरना कमलों विखे सोभनीक परम सन्मानयोग गुरु रूप गुरु सवारे खालसा साध संगत जीओ। अत्यंत वड्डे भाग साडे गरीब कलयुगी जीवां दे जागे हन, जो धन धन साहिब श्री गुरु तेग बहादुर साहिब महाराज, जो पुरातन ग्रंथां दे विच प्यारे बचन हन, प्रगट भए गुर तेग बहादुर सगल सृष्ट पै ढापी चादर। सारी सृष्टि दी चादर रूप
ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਰੋਜ਼ਾਨਾ ਦੀ ਤਰ੍ਹਾਂ ਆਪ ਨੇਮੀ ਪ੍ਰੇਮੀ ਸਤਸੰਗੀ ਦੂਰੋਂ ਨੇੜਿਓਂ ਚੱਲ ਕੇ ਬਾਬਾਣੀਆਂ ਕਹਾਣੀਆਂ ਦੇ ਦੁਆਰਾ ਪਿਆਰੇ ਸਤਿਗੁਰਾਂ ਦੇ ਚਰਨਾਂ ਕਮਲਾਂ ਦੇ ਦੀਦਾਰ ਪਾਉਣ ਲਈ ਸਤਿਗੁਰਾਂ ਦੇ ਪਾਵਨ ਉਪਦੇਸ਼ ਗੁਰੂ ਕੀਆਂ ਸਾਖੀਆਂ ਦੇ ਦੁਆਰਾ ਆਪਣੇ ਹਿਰਦੇ ਵਿੱਚ ਵਸਾਉਣ ਲਈ ਸੁਣ ਸਾਖੀ ਮਨ ਜਪ ਪਿਆਰ ਦੇ ਸਿਧਾਂਤ ਦੇ ਅਨੁਸਾਰ ਹਾਜ਼ਰੀਆਂ ਭਰ ਰਹੇ ਹੋ। ਆਓ ਬੜੇ ਪ੍ਰੇਮ ਨਾਲ ਗੁਰੂ ਚਰਨਾਂ ਦੇ ਵਿੱਚ ਇਹ ਤਰਲਾ ਲਈਏ। ਮਹਾਰਾਜ ਜੀ ਆਪ ਜੀ ਨੇ ਮਹਾਨ ਤਰਸ ਸਾਡੇ ਗਰੀਬਾਂ ਤੇ ਕਲਯੁਗੀ ਬਿਰਤੀ ਵਾਲੇ ਜੀਵਾਂ ਤੇ ਕੀਤਾ ਹੈ, ਜੋ ਆਪਣੇ ਚਰਨਾਂ ਕਮਲਾਂ ਵਿੱਚ ਸਰੀਰ ਕਰਕੇ ਹਾਜ਼ਰੀ ਬਖਸ਼ੀ ਹੈ। ਸਰੀਰ ਤੇ ਕੁਝ ਨਾ ਕੁਝ ਜ਼ੋਰ ਅਸੀਂ ਚਲਾ ਲੈਨੇ ਆ, ਸਰੀਰ ਦੇ ਨਾਲ ਕੁਝ ਨਾ ਕੁਝ ਆਪਾਂ ਥੋੜੀ ਜਿਹੀ ਇਹ ਤਾਕਤ ਵੀ ਵਰਤ ਲੈਨੇ ਆ ਕਿ ਮੈਂ ਹੁਣ ਚੌਂਕੜਾ ਲਾ ਕੇ ਬੈਠਾ, ਮੈਂ ਉੱਠਣਾ ਨਹੀਂ, ਹਿੱਲਣਾ ਨਹੀਂ। ਪਰ ਮਨ ਤੇ ਸਾਡਾ ਜ਼ੋਰ ਨਹੀਂ ਚੱਲਦਾ। ਇਹ ਮਨ ਇੱਕ ਇੱਕ ਛਿਨ ਦੌੜਦਾ ਉੱਡਦਾ ਹੈ ਦਸਾਂ ਦਿਸ਼ਾਵਾਂ ਵਿੱਚ। ਸਤਿਗੁਰੂ ਆਪ ਤਰਸ ਕਰ ਲੈਣ ਤਾਂ ਕਥਾ ਦੇ ਵਿੱਚ ਸਾਡਾ ਮਨ ਵੀ ਜੁੜ ਜਾਵੇ। ਔਰ ਗੁਰੂ ਕੇ ਅੰਮ੍ਰਿਤ ਬਚਨਾਂ ਅਨੁਸਾਰ ਇੱਕ ਚਿੱਤ ਜੇ ਇੱਕ ਛਿਨ ਧਿਆਇਓ, ਕਾਲ ਫਾਸ ਕੈ ਬੀਚ ਨਾ ਆਇਓ। ਐਸੀ ਕਲਾ ਸਤਿਗੁਰੂ ਵਰਤਾਉਣ ਤਾਂ ਸਾਡੀ ਹਾਜ਼ਰੀ ਮਨ ਕਰਕੇ ਵੀ ਲੱਗ ਸਕਦੀ ਹੈ। ਸਾਧ ਸੰਗਤ ਜੀ, ਰੋਜ਼ਾਨਾ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੇ ਵਿੱਚੋਂ ਆਪ ਜੀ ਦਰਸ਼ਨ ਕਰਦੇ ਹੋ। ਇਸ ਵੇਲੇ ਤੀਸਰੀ ਰਾਸ ਦੇ ਵਿੱਚ 22ਵੇਂ ਅੰਸੂ ਵਿੱਚ ਕਥਾ ਜਾਰੀ ਹੈ ਤੇ ਪ੍ਰਸੰਗ ਆਪ ਜੀ ਸੁਣ ਰਹੇ ਹੋ। ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸੁਪੁੱਤਰ ਹਨ, ਵੱਡੇ ਪੁੱਤਰ ਬਾਬਾ ਪਿਰਥੀ ਚੰਦ, ਕਿਉਂਕਿ ਗੁਰੂ ਕਾ ਪੁੱਤਰ ਹੈ ਇਸ ਲਈ ਅਸੀਂ ਫੇਰ ਵੀ ਉਹਨਾਂ ਦਾ ਨਾਮ ਆਦਰ ਨਾਲ ਲੈਨੇ ਆ, ਜਦ ਕਿ ਕਰਮ ਉਹਨਾਂ ਦੇ ਜੀਵਨ ਦੇ ਵਿੱਚ ਕੋਈ ਐਸਾ ਨਹੀਂ ਕਿ ਉਹਨਾਂ ਦਾ ਨਾਮ ਆਦਰ ਪੂਰਵਕ ਲਿਆ ਜਾਵੇ। ਕਰਮ ਤਾਂ ਬੜੇ ਮਾੜੇ, ਪਰ ਕਿਉਂਕਿ ਗੁਰੂ ਕਾ ਪੁੱਤਰ ਹੈ ਇਸ ਲਈ ਆਪਾਂ ਉਹਨਾਂ ਦਾ ਨਾਮ ਫੇਰ ਵੀ ਆਦਰ ਦੇ ਨਾਲ ਲੈਨੇ ਆ। ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦਾ ਧਿਆਨ ਧਰ ਕੇ ਇਹਨਾਂ ਨੇ ਬੜੇ ਹੱਥ ਕੰਡੇ ਵਰਤੇ ਨੇ। ਭਾਈ ਗੁਰਦਾਸ ਜੀ ਦਾ ਪਿਆਰਾ ਬਚਨ ਹੈ। ਭਾਈ ਸਾਹਿਬ ਜੀ ਨੇ ਆਖਿਆ, ਇਕਤ ਨੁਕਤੈ ਹੋਏ ਜਾਏ ਮਹਰਮ ਮੁਜਰਮ ਖੈਰ ਖੁਆਰੀ। ਜਿਹੜੇ ਅਰਬੀ ਫਾਰਸੀ ਉਰਦੂ ਨੂੰ ਲਿਖਣਾ ਪੜ੍ਹਨਾ ਜਾਣਦੇ ਨੇ ਉਹਨਾਂ ਨੂੰ ਪਤਾ ਹੈ ਕਿ ਜਦੋਂ ਫਾਰਸੀ ਵਿੱਚ ਲਿਖਣਾ ਹੋਵੇ ਮਹਰਮ, ਉਹਦੇ ਸਪੈਲਿੰਗ ਜਿਹੜੇ ਨੇ ਸ਼ਬਦ ਜੋੜ ਹੈ ਉਹ ਹੈ ਮੀਮ ਹੇ ਰੇ ਤੇ ਮੀਮ, ਇਹ ਬਣ ਜਾਂਦਾ ਮਹਰਮ। ਪਰ ਜੇ ਗਲਤੀ ਨਾਲ ਵੀ ਪੁਰਾਣੇ ਜ਼ਮਾਨੇ 'ਚ ਕਲਮ ਦਵਾਤ ਨਾਲ ਲਿਖਦੇ ਸਨ, ਗਲਤੀ ਨਾਲ ਇੱਕ ਨਿੱਕੀ ਜਿਹੀ ਛਿੱਟ ਵੀ ਉਹ ਕੁਦਰਤੀ ਕਿਤੇ ਡਿੱਗ ਪਈ ਤੇ ਜਿਹੜਾ ਹੇ ਲਿਖਿਆ ਸੀ ਉਹਦੇ ਉੱਤੇ ਲਾਗੇ ਇੱਕ ਛਿੱਟ ਪੈ ਗਈ ਹੈ, ਉਹ ਨੁਕਤਾ ਬਣ ਗਿਆ ਤੇ ਉਹ ਹੇ ਦੀ ਥਾਂ ਤੇ ਜ਼ੇ ਬਣ ਗਿਆ। ਉਹ ਜਿਹੜਾ ਪੜਨ ਵਾਲਾ ਸੀ ਉਹਨੇ, ਲਿਖਣ ਵਾਲੇ ਨੇ ਤਾਂ ਲਿਖਿਆ ਸੀ ਮੀਮ ਹੇ ਰੇ ਮੀਮ, ਪੜਨ ਵਾਲੇ ਨੇ ਉਹ ਨੁਕਤਾ ਸਮਝ ਕੇ ਉਹਨੂੰ ਪੜ ਲਿਆ ਮੀਮ ਜ਼ੇ ਰੇ ਮੀਮ। ਉਹ ਲਿਖਣ ਵਾਲੇ ਨੇ ਮਹਿਰਮ ਲਿਖਿਆ ਸੀ ਪਰ ਪੜਨ ਵਾਲੇ ਲਈ ਉਹ ਮੁਜਰਮ ਪੜਿਆ ਗਿਆ। ਮਹਿਰਮ ਦਾ ਅਰਥ ਹੈ ਜੋ ਅੰਦਰ ਦੇ ਭੇਤ ਜਾਣਦਾ ਹੋਵੇ, ਸੱਜਣ ਹੋਵੇ, ਮਿੱਤਰ ਹੋਵੇ। ਤੇ ਮੁਜਰਮ ਦਾ ਅਰਥ ਹੈ ਜਿਹੜਾ ਦੁਸ਼ਮਣ ਹੋਵੇ, ਦੋਸ਼ੀ ਹੋਵੇ, ਦੋਖੀ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਪੈਦਾ ਹੋਏ, ਗੁਰੂ ਕੇ ਮਹਿਰਮ ਨੇ, ਪਰ ਇੱਕ ਹਉਮੈ ਦਾ ਨੁਕਤਾ ਲੱਗ ਗਿਆ ਕਿ ਮੈਂ ਗੁਰੂ ਦਾ ਪੁੱਤਰ ਹਾਂ। ਹਉਮੈ ਦਾ ਇੱਕ ਨੁਕਤਾ ਲੱਗ ਗਿਆ। ਬਾਬਾ ਪਿਰਤੀ ਚੰਦ ਗੁਰੂ ਕਾ ਮਹਿਰਮ ਨਾ ਬਣ ਸਕਿਆ, ਉਹ ਗੁਰੂ ਘਰ ਦਾ ਮੁਜਰਮ ਬਣ ਗਿਆ। ਇਹਦੇ ਤੋਂ ਆਪਾਂ ਤਰਲਾ ਇਹ ਲੈਣਾ ਹੈ, ਸਤਿਗੁਰੂ ਇਹਨਾਂ ਸਾਖੀਆਂ ਨੂੰ ਅਸੀਂ ਸੁਣਦੇ ਹਾਂ ਤੇ ਸਾਖੀਆਂ ਸੁਣਨ ਦਾ ਲਾਭ ਇਹ ਹੈ, ਆਪਾਂ ਤਰਲਾ ਲੈ ਕੇ ਕਹੀਏ ਮਹਾਰਾਜ
ਉਹ ਤਾਂ ਤੁਹਾਡੇ ਘਰ ਵਿੱਚ ਪੈਦਾ ਹੋਇਆ ਤੇ ਹਉਮੈ ਦਾ ਨੁਕਤਾ ਲੱਗ ਕੇ ਉਹ ਮੁਜਰਮ ਬਣ ਗਿਆ। ਅਸੀਂ ਤਾਂ ਕੇਵਲ ਆਪ ਜੀ ਦੇ ਚਰਨਾਂ ਦੇ ਸੇਵਕ ਅਖਵਾ ਕੇ, ਆਪ ਜੀ ਦੇ ਦਰ ਘਰ ਦੇ ਗੁਲਾਮ ਅਖਵਾ ਕੇ ਹਉਮੈ ਚ ਆ ਜਾਂਦੇ ਆ ਕਿ ਮੈਂ ਤਾਂ ਰੋਜ਼ ਅੰਮ੍ਰਿਤ ਵੇਲੇ ਉੱਠਦਾ ਹਾਂ। ਸਾਨੂੰ ਤਾਂ ਇੰਨੀ ਗੱਲ ਦੀ ਹਉਮੈ ਹੋ ਗਈ ਕਿ ਮੈਂ ਤਾਂ ਰੋਜ਼ ਗੁਰੂ ਘਰ ਜਾਂਦਾ, ਮੈਂ ਤਾਂ ਬੜਾ ਸਿੱਖੀ ਦੇ ਵਿੱਚ ਪਰਪੱਕ ਹਾਂ। ਜੇ ਪਿਰਥੀ ਚੰਦ ਸਤਿਗੁਰਾਂ ਦਾ ਵੱਡਾ ਪੁੱਤਰ ਹੋ ਕੇ ਵੀ ਇਸ ਹਉਮੈ ਦੇ ਨੁਕਤੇ ਕਰਕੇ ਮੁਜਰਮ ਬਣ ਗਿਆ ਤੇ ਮੇਰੇ ਗਰੀਬ ਦੀ ਗਿਣਤੀ ਕਿਤੇ ਮਹਿਰਮਾਂ ਚ ਆਉਣੀ ਹੈ, ਮੈਂ ਵੀ ਤੇ ਮੁਜਰਮਾਂ 'ਚ ਹੀ ਗਿਣਿਆ ਜਾਣਾ। ਇਹ ਸਾਖੀਆਂ ਸੁਣਦੇ ਹਾਂ ਤੇ ਸਾਡੇ ਅੰਦਰ ਇੱਕ ਤਰਲਾ ਉੱਠੇ ਤੇ ਬੇਨਤੀ ਕਰਕੇ ਕਹੀਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਆਰੇ ਬਚਨ ਹਨ। ਕਹੀਏ ਹਰ ਜੂ ਰਾਖ ਲਿਓ ਪਤ ਮੇਰੀ, ਜਮ ਕੋ ਤਰਾਸ ਭਇਓ ਔਰ ਅੰਤਰ, ਸਰਨ ਗਈ ਕਿਰਪਾ ਨਿਧ ਤੇਰੀ। ਬੇਨਤੀ ਕਰਕੇ ਕਹੀਏ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਗਹਿ ਲਿਓ ਅੰਗੁਰੀਆ, ਸਰਵਨ ਸੁਨਤ ਨੈਣ ਸੁੰਦਰ ਨਹੀਂ, ਆਰਤ ਦਵਾਰ ਰਟਤ ਪਿੰਗੁਰੀਆ। ਮੇਰੇ ਵਸ ਨਹੀਂ, ਆਪ ਹੀ ਕਿਰਪਾ ਕਰਕੇ ਦਾਤਾ ਜੀ ਆਪਣੇ ਚਰਨਾਂ 'ਚ ਜੋੜ ਲਓ। ਪਿਰਥੀ ਚੰਦ ਨੇ ਬੜੇ ਹੱਥ ਕੰਡੇ ਵਰਤੇ ਨੇ। ਆਖਰ ਸਭ ਤੋਂ ਨੀਚ ਕਰਮ ਜਿਹੜਾ ਕੀਤਾ ਕਿ ਸਾਧ ਸੰਗਤ ਜੀ ਹਕੂਮਤ ਦੇ ਕੋਲ ਜਾ ਕੇ ਮੈਂ ਮੁਕੱਦਮਾ ਕਰਾਂਗਾ ਤੇ ਬਾਦਸ਼ਾਹ ਦੇ ਕੋਲੋਂ ਮੈਂ ਇਹ ਆਰਡਰ ਲਿਖਵਾ ਕੇ ਲਿਆਵਾਂਗਾ ਕਿ ਗੁਰੂ ਪਿਰਥੀ ਚੰਦ ਹੈ, ਸਤਿਗੁਰੂ ਬਖਸ਼ ਲਿਓ। ਵੇਖੋ ਹੈ ਉਹ ਗੁਰੂ ਕਾ ਪੁੱਤਰ ਤੇ ਸਮਝਦਾ ਪਿਆ ਹੈ ਵੀ ਜੇ ਬਾਦਸ਼ਾਹ, ਅੱਜ ਕੱਲ ਜਿਵੇਂ ਅਦਾਲਤਾਂ ਨੇ, ਜੇ ਬਾਦਸ਼ਾਹ ਦੀ ਕਚਹਿਰੀ ਇਹ ਫੈਸਲਾ ਮੇਰੇ ਹੱਕ ਵਿੱਚ ਕਰ ਦਵੇ ਕਿ ਪਿਰਥੀ ਚੰਦ ਗੁਰੂ ਹੈ ਤੇ ਸ਼ਾਇਦ ਮੈਂ ਗੁਰੂ ਬਣ ਜਾਵਾਂਗਾ। ਉਹਨੂੰ ਇਹ ਨਹੀਂ ਪਤਾ ਜਿਹੜੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਦਾਤ ਜੋਤ ਖਸਮੈ ਵਡਿਆਈ, ਇਹ ਤਾਂ ਧੁਰ ਦਰਗਾਹ ਤੋਂ ਦਾਤਾਂ ਮਿਲਦੀਆਂ ਨੇ। ਇਹ ਦੁਨਿਆਵੀ ਅਦਾਲਤਾਂ ਦੀ ਇੰਨੀ ਤਾਕਤ ਨਹੀਂ ਕਿ ਇਹ ਗੁਰਤਾ ਗੱਦੀ ਦੇ ਦਾਅਵੇਦਾਰਾਂ ਨੂੰ, ਉਹਨਾਂ ਨੂੰ ਗੁਰਤਾ ਗੱਦੀ ਤੇ ਬਿਠਾਉਂਦੀ ਫਿਰੇ। ਪਿਰਥੀ ਚੰਦ ਇਹਨੂੰ ਬੜਿਆਂ ਨੇ ਸਮਝਾਇਆ, ਇਤੋਂ ਤੱਕ ਬਾਬਾ ਮਹਾਦੇਵ ਜੀ ਨੇ ਸਮਝਾਇਆ, ਇਹਨੇ ਉਹਨਾਂ ਨੂੰ ਵੀ ਵਰਗਲਾਉਣ ਦਾ ਯਤਨ ਕੀਤਾ। ਜਦੋਂ ਨਾ ਗੱਲ ਬਣੀ ਤਾਂ ਇਹ ਲਾਹੌਰ ਨੂੰ ਚੱਲ ਪਿਆ, ਕਿਉਂਕਿ ਉੱਥੇ ਇਹਦਾ ਮਿੱਤਰ, ਇਹਦਾ ਯਾਰ, ਜਿਹੋ ਜਿਹਾ ਆਪਣਾ ਸੁਭਾਅ ਹੋਵੇ ਉਹੋ ਜਿਹਾ ਮਿੱਤਰ ਬਣ ਜਾਂਦੇ ਨੇ। ਇਹਦਾ ਮਿੱਤਰ ਜੋ ਨਿਤ ਦਾ ਸ਼ਰਾਬੀ ਆਦਮੀ, ਅਯਾਸ਼ ਆਦਮੀ ਹੈ, ਵਿਗੜਿਆ ਹੋਇਆ ਹਕੂਮਤ ਦਾ ਇੱਕ ਅਫਸਰ ਹੈ ਸੁਲਹੀ ਖਾਂ, ਇਹਦੇ ਕੋਲ ਚਲਾ ਗਿਆ ਹੈ। ਜਾ ਕੇ ਸੁਲਹੀ ਖਾਂ ਨੂੰ ਵਧਾ ਚੜਾ ਕੇ ਗੱਲਾਂ ਦੱਸਦਾ ਹੈ ਕਿ ਮੇਰੇ ਨਾਲ ਮੇਰੇ ਛੋਟੇ ਭਰਾ ਨੇ ਇਸ ਤਰ੍ਹਾਂ ਵਧੀਕੀ ਕੀਤੀ ਹੈ। ਸੁਲਹੀ ਖਾਂ ਦੇ ਨਾਲ ਕਿਵੇਂ ਵਾਰਤਾ ਕਰਦੇ ਨੇ ਤੇ ਅੱਗੋਂ ਸੁਲਹੀ ਖਾਨ ਕੀ ਕਹਿੰਦਾ ਹੈ, ਆਓ ਬੜੇ ਪ੍ਰੇਮ ਦੇ ਨਾਲ ਅਗਲਾ ਪ੍ਰਸੰਗ ਸ਼ਰਵਣ ਕਰੀਏ। ਸਰਬੱਤ ਗੁਰੂ ਕੀ ਸੰਗਤ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਲਵਾਈਏ ਹਾਜ਼ਰੀਆਂ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਲਹੀ ਪਠਾਨ ਕ੍ਰੋਧ ਧਾਰ ਕੈ ਮਹਾਨ ਭੰਨੈ। ਸੁਲਹੀ ਖਾਨ ਪਠਾਨ ਬੜੇ ਕ੍ਰੋਧ ਵਿੱਚ ਆ ਕੇ ਨਾ ਪਿਰਥੀ ਚੰਦ ਦੀਆਂ ਗੱਲਾਂ ਸੁਣ ਕੇ ਤੇ ਬੜੇ ਕ੍ਰੋਧ ਵਿੱਚ, ਬੜੇ ਜੋਸ਼ ਵਿੱਚ ਆ ਕੇ ਪਿਰਥੀ ਚੰਦ ਨੂੰ ਕਹਿਣ ਲੱਗਾ, ਅਬ ਲਗ ਤੇਰੇ ਸੰਗ ਬਾਦ ਸੋ ਉਠਾਵਹੇ। ਕਹਿਣ ਲੱਗਾ ਅਜੇ ਤੱਕ ਵੀ ਤੇਰਾ ਛੋਟਾ ਭਰਾ ਤੇਰੇ ਨਾਲ ਝਗੜੇ ਕਰਦਾ ਹੈ, ਅਜੇ ਵੀ ਤੇਰੇ ਨਾਲ ਲੜਾਈਆਂ ਕਰਦਾ ਹੈ। ਸਮਝਿਓ ਨਾ ਜੋਰ ਨਾ ਬਲੋਕਿਓ ਹਮ ਔਰਤ ਨਾ। ਉਹਨੇ ਫਿਰ ਮੈਨੂੰ ਜਾਣਿਆ ਨਹੀਂ, ਮੇਰੀ ਤਾਕਤ ਨੂੰ ਉਹਨੇ ਸਮਝਿਆ ਨਹੀਂ, ਮੇਰੇ ਤੋਂ ਅਜੇ ਅਣਜਾਣ ਹੈ, ਤਾਂ ਹੀ ਅਜੇ ਤੱਕ ਤੇਰੇ ਨਾਲ ਝਗੜਾ ਕਰਦਾ। ਮਾਲਕ ਮੁਲਕ ਕੋ ਨਾ ਜਾਣ ਤਰਾਸ ਪਾਵਹੇ। ਏਡੇ ਵੱਡੇ ਮੁਲਕ ਦੇ ਅਸੀਂ ਮਾਲਕ ਹਾਂ, ਕਿਉਂਕਿ ਮੁਗਲਾਂ ਦੀ ਜਿਹੜੀ ਹਕੂਮਤ ਹੈ ਇਹ ਕੁੱਲ ਹਿੰਦੁਸਤਾਨ ਤੇ ਹੈ, ਲਗਭਗ ਅਫਗਾਨਿਸਤਾਨ ਤੋਂ ਲੈ ਕੇ ਅੱਜ ਦਾ ਪਾਕਿਸਤਾਨ, ਅੱਜ ਦਾ ਭਾਰਤ, ਲਗਭਗ ਸਾਰਾ ਹੀ ਬੰਗਲਾਦੇਸ਼, ਏਡੀ ਵੱਡੀ ਹਕੂਮਤ ਹੈ। ਫਿਰ ਏਡਾ ਨਸ਼ਾ ਇਹਨਾਂ ਨੂੰ ਚੜਿਆ ਹੈ। ਹਿੰਦ ਦੇ ਉੱਤੇ ਮੁਸਲਮਾਨਾਂ ਦੀ ਹਕੂਮਤ ਹੈ, ਈਰਾਨ ਦੇ ਵਿੱਚ ਸਫਵੀ ਹਕੂਮਤ ਵੀ ਮੁਸਲਮਾਨਾਂ ਦੀ ਹੈ, ਉਸ ਤੋਂ ਅੱਗੇ ਫਿਰ ਤੁਰਕਾਨੀ ਹਕੂਮਤ ਹੈ। ਉਹ ਕਹਿੰਦਾ ਸਾਰੀ ਦੁਨੀਆ ਦੇ ਮਾਲਕ ਅਸੀਂ ਮੁਸਲਮਾਨ ਹਾਂ
ਤੇ ਮੁਸਲਮਾਨਾਂ ਦੀਆਂ ਹਕੂਮਤਾਂ 'ਚੋਂ ਵੀ ਸਾਡੀ ਮੁਗਲ ਹਕੂਮਤ ਏਡੀ ਵੱਡੀ ਹੈ ਕਿ ਗੁਰੂ ਅਰਜਨ ਦੇਵ ਨੂੰ ਸਾਡੀ ਹਕੂਮਤ ਤੋਂ ਡਰ ਨਹੀਂ ਲੱਗਦਾ। ਤੇਰੇ ਹਿਤ ਗਇਓ ਤਬ ਸਖਾ ਹੈ ਲਗਤ ਨਿਕੇ। ਪਹਿਲਾਂ ਵੀ ਮੈਂ ਜਦੋਂ ਅੰਮ੍ਰਿਤਸਰ ਵੱਲ ਗਿਆ ਸਾਂ ਨਾ ਧਾਈ ਕਰਕੇ ਇਧਰ ਮਾਝੇ ਆਇਆ ਸਾਂ, ਉਹ ਵੀ ਤੇਰੇ ਲਈ ਤੇ ਆਇਆ ਸੀ, ਕਿਉਂਕਿ ਤੂੰ ਮੇਰਾ ਮਿੱਤਰ ਹੈ, ਮੇਰਾ ਪਿਆਰਾ ਹੈ। ਗਇਓ ਪੁਰ ਛੋਰ ਸੋ ਪ੍ਰਸੰਗ ਬਿਸਰਾਵਹੇ। ਤੇ ਮੇਰੇ ਆਉਣ ਦਾ ਖਤਰਾ ਜਾਣ ਕੇ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸ਼ਹਿਰ ਨੂੰ ਛੱਡ ਕੇ ਚਲੇ ਗਏ ਸਨ। ਇੰਨਾ ਮੇਰਾ ਖੌਫ ਤੇ ਮੇਰਾ ਡਰ ਸੀ, ਇਹ ਮੂਰਖ ਸਮਝਦਾ ਮੇਰੇ ਤੋਂ ਡਰ ਕੇ ਚਲੇ ਗਏ ਸਨ। ਸਤਿਗੁਰੂ ਜੀ ਦੇ ਬਾਬਤ ਕਹਿਣ ਲੱਗਾ ਕਿ ਕੀ ਗੁਰੂ ਅਰਜਨ ਦੇਵ ਜੀ ਨੂੰ ਉਹ ਗੱਲ ਚੇਤਾ ਭੁੱਲ ਗਈ ਹੈ। ਦਿਓ ਮੈਂ ਸਜਾਏ ਇਸ ਬਾਤ ਕੇ ਸਮਰੱਥ ਮੋਹੇ। ਮੇਰੇ ਕੋਲ ਏਡੀ ਤਾਕਤ ਹੈ, ਏਡੀ ਸਮਰੱਥਾ ਹੈ। ਦੁਸ਼ਟ ਪਾਪੀ ਸੁਲਹੀ ਖਾਨ ਕਹਿੰਦਾ ਜੇ ਮੈਂ ਚਾਹਾਂ ਤੇ ਗੁਰੂ ਅਰਜਨ ਦੇਵ ਜੀ ਨੂੰ ਜਿਹੜੀ ਮਰਜ਼ੀ ਸਜ਼ਾ ਦੇ ਸਕਦਾ ਹਾਂ। ਤਉ ਪਾਤਸ਼ਾਹੇ ਪਾਸ ਜਾਏ ਕੈ ਸੁਨਾਵਹੇ। ਹਾਂ, ਇਹਦੇ ਬਾਵਜੂਦ ਵੀ ਪ੍ਰਿਥੀ ਚੰਦ ਆਪਾਂ ਪੱਕਾ ਕੰਮ ਕਰਾਂਗੇ। ਪੱਕਾ ਕੰਮ ਕਿਵੇਂ ਹੋਵੇਗਾ? ਆਪਾਂ ਤੇਰਾ ਮੁਕੱਦਮਾ ਬਾਦਸ਼ਾਹ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ, ਜਹਾਂਗੀਰ ਦੇ ਕੋਲ। ਫੇਰ ਗਹਿ ਲਹਿ ਨਾ ਸੰਦੇਹ ਉਪਜੈ ਹੈ। ਫੇਰ ਬਾਦਸ਼ਾਹ ਦਾ ਹੁਕਮ ਲੈ ਕੇ ਆਵਾਂਗਾ ਮੈਂ ਤੇ ਗੁਰੂ ਅਰਜਨ ਦੇਵ ਜੀ ਨੂੰ ਪਕੜ ਲਵਾਂਗਾ, ਗ੍ਰਿਫਤਾਰ ਕਰ ਲਵਾਂਗਾ, ਤਾਂ ਕਿ ਕਿਸੇ ਕੰਮ ਦੇ ਵਿੱਚ ਕੋਈ ਢਿੱਲ, ਕੋਈ ਕਚਿਆਈ, ਕੋਈ ਸ਼ੰਕਾ ਬਾਕੀ ਨਾ ਰਹਿ ਜਾਵੇ। ਸਭ ਗੁਰਤਾ ਕੋ ਦਹਿ ਤੁਝ ਕੋਏ ਨਾ ਮਿਟਾਵਹੇ। ਫੇਰ ਗੁਰਤਾ ਗੱਦੀ ਪ੍ਰਿਥੀ ਚੰਦਾ ਤੈਨੂੰ ਦੇ ਦੇਾਂਗੇ ਤੇ ਕੋਈ ਵੀ ਤੇਰੇ ਕੋਲੋਂ ਗੁਰਤਾ ਗੱਦੀ ਖੋ ਨਹੀਂ ਸਕੇਗਾ, ਤੇਰਾ ਕੁਝ ਵਿਗਾੜ ਨਾ ਸਕੇਗਾ। ਆਬ ਮੋਹਿ ਕਾਜ ਸੌਂਪ ਭੇਜਿਓ ਮਾਝੇ ਦੇਸ਼ ਪਰ। ਹੁਣ ਬਾਦਸ਼ਾਹ ਨੇ ਮੈਨੂੰ ਵਿਸ਼ੇਸ਼ ਇਹ ਹੁਕਮ ਦੇ ਕੇ ਮਾਝੇ ਦੀ ਧਰਤੀ ਤੇ ਭੇਜਿਆ। ਅੱਧਾ ਮਾਝਾ ਆਪਣੇ ਭਾਰਤ ਵਿੱਚ ਹੈ ਤੇ ਅੱਧਾ ਮਾਝਾ ਪਾਕਿਸਤਾਨ 'ਚ ਵੀ ਚਲਾ ਗਿਆ। ਤੋਂ ਮਾਝੇ ਦਾ ਦੇਸ਼ ਹੁਣ ਨਾਲੋਂ ਦੁੱਗਣਾ ਸਾਰੇ ਮਾਝੇ ਦੇ ਇਲਾਕੇ ਵਿੱਚ ਮਾਮਲਾ ਅਗਰਾਉਣ ਵਾਸਤੇ ਬਾਦਸ਼ਾਹ ਨੇ ਮੈਨੂੰ ਭੇਜਿਆ ਹੈ। ਦਰਬ ਸਰਬ ਕੋ ਮੰਗਾਵੋ ਏਕ ਥਾਵਹੇ। ਮਾਮਲਾ ਬੜੇ ਚਿਰਾਂ ਦਾ ਅੜਿਆ ਹੋਇਆ ਹੋਣ ਕਰਕੇ ਬਾਦਸ਼ਾਹ ਨੇ ਮੈਨੂੰ ਭੇਜਿਆ ਕਿ ਰੁਪਈਏ ਇਕੱਠੇ ਕਰਕੇ ਲਿਆ, ਕਿਉਂਕਿ ਥੋੜੀ ਥੋੜੀ ਰਕਮ ਆਉਂਦੀ ਹੈ, ਉਹਦਾ ਫਿਰ ਕੁਝ ਸਵਾਦ ਨਹੀਂ। ਮੈਂ ਸਾਰੀ ਰਕਮ ਇਕੱਠੀ ਕਰਾਂਗਾ ਤੇ ਵੱਡਾ ਖਜ਼ਾਨਾ ਜੋੜ ਕੇ ਬਾਦਸ਼ਾਹ ਨੂੰ ਜਾ ਕੇ ਜਦੋਂ ਦਵਾਂਗਾ ਤੇ ਬਾਦਸ਼ਾਹ ਖੁਸ਼ ਹੋਵੇਗਾ। ਕਰੋ ਉਗਰਾਹੇ ਬ੍ਰਿੰਦ ਪੈਸੇ ਪਾਤਸ਼ਾਹੀ ਲੇਵਾ। ਬਹੁਤ ਉਗਰਾਈ ਕਰਕੇ ਪਾਤਸ਼ਾਹੀ ਦਾ ਜਿੰਨਾ ਵੀ ਮਾਮਲਾ ਹੈ ਨਾ, ਜਿੰਨਾ ਖਜ਼ਾਨਾ ਹੈ, ਇਹ ਇਕੱਤਰ ਕਰਕੇ ਲਿਜਾਵਾਂਗਾ। ਰਹੋ ਚਿਰ ਕਾਲ ਮੈਂ ਵਿਸਾਲ ਧਨ ਪਾਵਹੇ। ਅਜੇ ਮੈਨੂੰ ਸਮਾਂ ਬੜਾ ਲੱਗ ਜਾਣਾ ਹੈ ਪ੍ਰਿਥੀ ਚੰਦ ਜੀ, ਕਿਉਂਕਿ ਇਹ ਮਾਮਲਾ ਏਡੀ ਛੇਤੀ ਉਗਰਾਇਆ ਨਹੀਂ ਜਾਣਾ। ਮਾਝੇ ਦੀ ਧਰਤੀ ਤੇ ਮਾਮਲਾ ਹਮੇਸ਼ਾ ਔਖਾ ਹੀ ਉਗਰਾਇਆ ਜਾਂਦਾ ਸੀ, ਕਿਉਂਕਿ ਉਹ ਮਿੱਟੀ ਏਦਾਂ ਦੀ ਹੈ। ਸਾਧ ਸੰਗਤ ਜੀ ਕਹਿਣ ਲੱਗਾ ਮੈਨੂੰ ਬਹੁਤਾ ਸਮਾਂ ਲੱਗ ਜਾਣਾ ਹੈ ਮਾਮਲਾ ਇਕੱਠਾ ਕਰਦਿਆਂ ਅਜੇ। ਫੇਰ ਦਿੱਲੀ ਜਾਵਈ ਪ੍ਰਸੰਗ ਕੋ ਸੁਨਾਵਈ। ਫੇਰ ਮੈਂ ਪ੍ਰਿਥੀ ਚੰਦਾ ਦਿੱਲੀ ਜਾਵਾਂਗਾ ਤੇ ਤੇਰਾ ਸਾਰਾ ਪ੍ਰਸੰਗ ਜਾ ਕੇ ਬਾਦਸ਼ਾਹ ਦੇ ਤਾਈਂ ਸੁਣਾਵਾਂਗਾ। ਸ਼ਿਤਾਬ ਬੁਲਵਾਵਈ ਸੋ ਨਿਆਉ ਕੋ ਚੁਕਾਵਈ। ਤੂੰ ਫਿਕਰ ਭੋਰਾ ਨਾ ਕਰੀ, ਮੈਂ ਤੈਨੂੰ ਕਦੇ ਭੁੱਲਦਾ ਨਹੀਂ, ਛੇਤੀ ਹੀ ਮੰਗਵਾ ਲਵਾਂਗਾ, ਬਹੁਤੀ ਦੇਰ ਨਹੀਂ ਲੱਗਦੀ। ਛੇਤੀ ਤੈਨੂੰ ਮੰਗਵਾ ਕੇ ਤੇ ਤੇਰਾ ਨਿਆਉ ਕੁਝ ਦਿਨਾਂ ਦੇ ਵਿੱਚ ਹੀ ਪੂਰਾ ਕਰਵਾ ਦਿਆਂਗਾ। ਝਗਰੇ ਮਿਟਾਏ ਸਿੱਖ ਸਗਰੇ ਸ਼ਰਨ ਪਾਏ। ਸਾਰੇ ਝਗੜੇ ਤੇ ਲੜਾਈਆਂ ਮੁਕਾ ਕੇ ਸਾਰੇ ਸਿੱਖਾਂ ਨੂੰ ਤੇਰੇ ਚਰਨੀ ਲਾ ਕੇ ਗੁਰੂ ਬਖਸ਼ ਲਵੇ। ਕੋਈ ਥਾਣੇਦਾਰ ਹੋਵੇ, ਕੋਈ ਐਸਐਸਪੀ ਡੀਸੀ ਹੋਵੇ, ਉਹ ਤਾਂ ਕਹਿ ਸਕਦਾ ਵੀ ਮੈਨੂੰ ਸਰਕਾਰ ਨੇ ਥਾਪਿਆ ਹੈ ਤੇ ਤੁਸੀਂ ਮੇਰੇ ਅਧੀਨ ਹੋ, ਪਰ ਕੋਈ ਬਾਬਾ ਆ ਕੇ ਧੱਕੇ ਨਾਲ ਕਵੇ ਵੀ ਮੈਂ ਤੁਹਾਡਾ ਗੁਰੂ ਹਾਂ, ਇਹ ਗੱਲ ਨਹੀਂ ਬਣਦੀ। ਇਹ ਕਿਤੇ ਭੁੱਲੇ ਫਿਰਦੇ ਨੇ। ਕਹਿਣ ਲੱਗਾ ਸਾਰਿਆਂ ਹੀ ਸਿੱਖਾਂ ਨੂੰ ਜ਼ੋਰ ਜ਼ਬਰਦਸਤੀ ਧੱਕੇ ਨਾਲ ਬਾਦਸ਼ਾਹ ਦੇ ਹੁਕਮ ਦੇ ਮੁਤਾਬਕ ਤੇਰੇ ਚਰਨੀ ਪਵਾ ਦੇਾਂਗੇ। ਨਗਰੇ ਬਿਠਾਏ ਗੁਰੂ ਤੋਹੇ ਕੋ ਬਣਾਵਈ। ਨਗਰੀ ਦੇ ਵਿੱਚ, ਰਾਜਧਾਨੀ ਦੇ ਵਿੱਚ, ਸ੍ਰੀ ਅੰਮ੍ਰਿਤਸਰ ਵਿੱਚ ਤੈਨੂੰ ਬਿਠਾਵਾਂਗੇ ਤੇ ਗੁਰੂ ਦੀ ਪਦਵੀ ਦੇ ਉੱਤੇ ਬਿਠਾ ਕੇ
ਤੈਨੂੰ ਪੂਰਾ ਗੁਰੂ ਬਣਾ ਦੇਾਂਗੇ। ਕਰੋ ਉਪਕਾਰ ਨਿਜ ਸਖਾ ਪੈ ਜਗਤ ਜਾਣੈ। ਸਾਰਾ ਜਗਤ ਮੇਰਾ ਨਾਂ ਸੁਲਹੀ ਖਾਂ ਤਾਂ ਹੀ ਜਾਣੇਗਾ ਨਾ ਜੇ ਮੈਂ ਆਪਣੇ ਮਿੱਤਰ ਦਾ ਕੰਮ ਕਰਾਵਾਂਗਾ, ਆਪਣੇ ਮਿੱਤਰ ਤੇ ਪਰ ਉਪਕਾਰ ਕਰਾਵਾਂਗਾ। ਸਕਲ ਉਪਾਇਨ ਕੋ ਲਿਹੋ ਹਰ ਖਾਵਏ। ਫੇਰ ਤੂੰ ਗੁਰੂ ਬਣ ਕੇ ਬੈਠੀ ਤੇ ਆਪਣਿਆਂ ਸਿੱਖਾਂ ਕੋਲੋਂ ਸੰਗਤਾਂ ਕੋਲੋਂ ਭੇਟਾ ਲੈ ਲੈ ਕੇ ਮੌਜਾਂ ਮਾਣੀ। ਹੋਏ ਕੈ ਅਸ਼ਟਰ ਫਲ ਲੀਜੈ ਮਿੱਤਰ ਹੋਣ ਹੂੰ ਕੋ। ਮੈਂ ਤੇਰਾ ਮਿੱਤਰ ਹਾਂ। ਦੁਨੀਆ ਜਾਣੇਗੀ ਕਿ ਜਿਹੜਾ ਸੁਲਹੀ ਖਾਂ ਦਾ ਮਿੱਤਰ ਬਣਦਾ ਹੈ ਨਾ ਉਹਨੂੰ ਫਿਰ ਕੀ ਫਲ ਮਿਲਦਾ ਹੈ, ਇਹ ਤਾਂ ਦੁਨੀਆ ਜਾਣੇਗੀ, ਪਰ ਸੁਲਹੀ ਖਾਨ ਤੂੰ ਨਹੀਂ ਉਦੋਂ ਵੇਖਣ ਜੋਗਾ ਹੋਏਗਾ। ਸੁਲਹੀ ਕਹਿਣ ਲੱਗਾ ਵੀ ਦੁਨੀਆ ਜਾਣੇਗੀ ਵੀ ਸੁਲਹੀ ਖਾਨ ਦੀ ਕਿੱਡੀ ਤਾਕਤ ਹੈ, ਕਿੱਡੀ ਸ਼ਕਤੀ ਹੈ, ਤੇ ਸੁਲਹੀ ਖਾਨ ਦਾ ਜਿਹੜਾ ਮਿੱਤਰ ਬਣਦਾ ਹੈ ਉਹਨੂੰ ਕੀ ਤਾਕਤ ਦੇ ਨਾਲ ਫਲ ਮਿਲਦਾ ਹੈ। ਐਸ਼ਵਰਜ ਬਚਿੱਤਰ ਪਾਏ ਮੋਦ ਉਪਜਾਵਏ। ਬਚਿੱਤਰੀ ਐਸ਼ਵਰਜ ਤੈਨੂੰ ਮਿਲੇਗਾ, ਬਹੁਤ ਜ਼ਿਆਦੀਆਂ ਖੁਸ਼ੀਆਂ ਤੇ ਬੜੀਆਂ ਮੌਜਾਂ ਤੂੰ ਮਾਣੇਗਾ ਪ੍ਰਿਥੀ ਚੰਦ। ਕੇਤਕ ਦਿਵਸ ਬਾਸ ਕੀਜੀਏ ਸਮੀਪ ਮੋਹੇ। ਹੁਣ ਜਦੋਂ ਵੇਖਿਆ ਭਈ ਪ੍ਰਿਥੀ ਚੰਦ ਦਾ ਮੁਖ ਤਾਂ ਮੁਰਝਾ ਗਿਆ, ਉਹਨੇ ਕਿਹਾ ਮੈਂ ਤਾਂ ਆਇਆ ਸਾਂ ਭੇਖਣੀ ਕੱਲ ਨੂੰ ਹੀ ਗੁਰੂ ਬਣ ਕੇ ਬਹਿ ਜਾਵਾਂਗਾ। ਇਹ ਤੇ ਕਹਾਣੀ ਬੜੀ ਲੰਮੀ ਪੈ ਗਈ ਹੈ। ਪਹਿਲਾ ਮਾਮਲਾ ਉਗਰਾਵਾਂਗਾ, ਫਿਰ ਦਿੱਲੀ ਜਾਵਾਂਗਾ, ਫਿਰ ਬਾਦਸ਼ਾਹ ਦੇ ਕੋਲ ਜਾ ਕੇ ਤੇਰਾ ਮੁਕੱਦਮਾ ਰੱਖਾਂਗਾ, ਫਿਰ ਬਾਦਸ਼ਾਹ ਹੁਕਮ ਦੇਵੇਗਾ, ਫਿਰ ਮੈਂ ਵਾਪਸ ਆਉਂਗਾ। ਬੜਾ ਲੰਮਾ ਕੰਮ ਪੈ ਗਿਆ। ਹੁਣ ਮੈਂ ਵਾਪਸ ਜਾਵਾਂਗਾ ਤੇ ਮੈਂ ਫੜਾ ਮਾਰ ਕੇ ਆਇਆ, ਬਹੁਤ ਲੋਕਾਂ ਨੂੰ ਡਰਾਵੇ ਤੇ ਧਮਕੀਆਂ ਦੇ ਕੇ ਆਇਆ, ਮੈਂ ਕਿਹੜਾ ਮੂੰਹ ਲੈ ਕੇ ਵਾਪਸ ਜਾਵਾਂਗਾ। ਸੁਲਹੀ ਖਾਨ ਨੇ ਇਹਦਾ ਚਿਹਰਾ ਪੜ੍ਹ ਲਿਆ ਤੇ ਸੁਲਹੀ ਖਾਨ ਮਨ ਵਿੱਚ ਵਿਚਾਰ ਕੇ ਇਹਨੂੰ ਕਹਿਣ ਲੱਗਾ ਵੀ ਮੇਰਿਆ ਮਿੱਤਰਾ ਤੈਨੂੰ ਵਾਪਸ ਜਾਣ ਦੀ ਅਜੇ ਲੋੜ ਕੋਈ ਨਹੀਂ। ਜਿੰਨਾ ਚਿਰ ਮੈਂ ਮੁੜ ਕੇ ਨਹੀਂ ਆਉਂਦਾ ਉਹਨਾਂ ਚਿਰ ਇੱਥੇ ਤੂੰ ਬਹਿ ਜਾ। ਮੇਰੀ ਇੱਥੇ ਜਗੀਰ ਹੈ, ਹੇਹਰ ਨਾਮ ਦਾ ਜਿਹੜਾ ਪਿੰਡ ਹੈ ਇਹ ਬਾਦਸ਼ਾਹ ਨੇ ਮੈਨੂੰ ਜਗੀਰ ਦੇ ਰੂਪ ਵਿੱਚ ਦਿੱਤਾ ਹੋਇਆ ਹੈ। ਜ਼ਮੀਨ ਦਾ ਮਾਲਕ ਮੈਂ ਤੇ ਮੈਂ ਆਪਣੇ ਮਿੱਤਰ ਦੇ ਰੂਪ ਵਿੱਚ ਇਹ ਪਿੰਡ ਦੀ ਜਗੀਰ ਤੈਨੂੰ ਉਹਨਾਂ ਚਿਰ ਦੇ ਦਿਨਾ ਜਿੰਨਾ ਚਿਰ ਬਾਦਸ਼ਾਹ ਤੇਰੇ ਮੁਕੱਦਮੇ ਦਾ ਫੈਸਲਾ ਨਹੀਂ ਕਰ ਦਿੰਦਾ। ਇਸ ਲਈ ਨਿਸ਼ਚਿੰਤ ਹੋ ਕੇ ਤੂੰ ਇਸ ਹੇਹਰ ਪਿੰਡ ਦੇ ਵਿੱਚ ਮੇਰੀ ਜਗੀਰ ਦੇ ਵਿੱਚ ਬੈਠ ਕੇ ਆਰਾਮ ਕਰ। ਕਾਜ ਫੇਰ ਹੋਏ ਤੇਰੋ ਦਿੱਲੀ ਜਬ ਜਾਵਏ। ਜਦੋਂ ਮੈਂ ਦਿੱਲੀ ਜਾਵਾਂਗਾ ਤੇ ਛੇਤੀ ਹੀ ਤੇਰਾ ਸਾਰਾ ਕਾਰਜ ਮੈਂ ਪੂਰਾ ਕਰਵਾ ਦਿਆਂਗਾ। ਹੇਹਰ ਜੋ ਗ੍ਰਾਮ ਇਹ ਪਾਤਸ਼ਾਹ ਦੀਨੋ ਮੋਹੇ। ਇਹ ਜਿਹੜਾ ਹੇਰ ਪਿੰਡ ਹੈ ਇਹ ਬਾਦਸ਼ਾਹ ਨੇ ਜਗੀਰ ਦੇ ਰੂਪ ਵਿੱਚ ਮੈਨੂੰ ਦਿੱਤਾ ਹੋਇਆ ਮਿੱਤਰਾ। ਦੇਵ ਸੋਈ ਤੋਹੇ ਬਾਸ ਸੁਖ ਸੋ ਕਰੀਜੀਏ। ਇਹ ਮੈਂ ਆਪਣੇ ਵੱਲੋਂ ਤੈਨੂੰ ਭੇਟਾ ਕਰ ਦਿੱਤਾ ਤੇ ਇਹ ਤੇ ਸੁਖ ਨਾਲ ਮੌਜ ਦੇ ਨਾਲ ਤੂੰ ਵਸਣਾ ਕਰ ਭਾਈ। ਕਰੋ ਗੁਜਰਾਨ ਸਿੱਖ ਸੰਗਤਾ ਮਹਾਨ ਹੋਏ। ਇੱਥੇ ਬਹਿ ਕੇ ਆਪਣੀ ਗੁਜਰਾਨ ਕਰੋ, ਇੱਥੇ ਗੁਰਤਾ ਗੱਦੀ ਲਾ ਕੇ ਬਹੁ, ਇੱਥੇ ਲੋਕਾਂ ਨੂੰ ਵਰ ਸਰਾਪ ਦਈ ਚੱਲ। ਸਾਧ ਸੰਗਤ ਜੀ ਜਿਵੇਂ ਕੋਈ ਪਖੰਡੀ ਬਾਬਾ ਬੈਠਾ ਹੁੰਦਾ ਨਾ, ਬਾਬਾ ਜੀ ਪੁੱਤਰ ਦੀ ਦਾਤ ਦਿਓ, ਉਸੇ ਵੇਲੇ ਕਹਿੰਦਾ ਵੀ 7 ਪੁੱਤ ਹੋਣਗੇ, ਵੀ ਉਹਨੇ ਕਿਹੜਾ ਜੇਬ ਚੋਂ ਦੇਣੇ ਨੇ। ਜਿਹੜਾ ਕਮਾਈ ਵਾਲਾ ਹੁੰਦਾ ਨਾ ਅਸਲ, ਉਹਦੇ ਕੋਲ ਜਾ ਕੇ ਨੱਕ ਰਗੜੀ ਜਾਓ, ਉਹ ਛੇਤੀ ਕੀਤਿਆਂ ਕੋ ਬਚਨ ਨਹੀਂ ਕਰਦਾ, ਕਿਉਂਕਿ ਉਹਦੀ ਕਮਾਈ ਵਿੱਚ ਘਾਟਾ ਪੈਂਦਾ ਹੈ। ਜਿਹਨੇ ਕਮਾਈ ਕੀਤੀ ਹੈ ਉਹ ਛੇਤੀ ਬਚਨ ਨਹੀਂ ਕਰਦਾ, ਤੇ ਜਿਹਦੇ ਪੱਲੇ ਕੁਛ ਨਹੀਂ ਉਹਦੇ ਕੋਲ ਜੋ ਮਰਜ਼ੀ ਮੰਗੋ ਦੁੱਗਣਾ ਤਿੱਗਣਾ ਦੇਈ ਜਾਂਦਾ, ਉਹਨੇ ਕਿਹੜਾ ਪੱਲਿਓਂ ਦੇਣਾ ਹੈ, ਗੱਲ ਹੀ ਕਰਨੀ ਹੈ ਨਾ। ਤੋ ਪ੍ਰਿਥੀ ਚੰਦ ਦਾ ਕੰਮ ਇਹੀ ਹੈ, ਲੋਕਾਂ ਨੂੰ ਵਰ ਦੇਣੇ, ਲੋਕਾਂ ਨੂੰ ਡਰਾਵੇ ਦੇਣੇ ਸਰਾਪ ਦੇ। ਉਹਨੇ ਆਖਿਆ ਇੱਥੇ ਬਹਿ ਕੇ ਤੂੰ ਗੱਦੀ ਲਾ ਤੇ ਆਪਣੇ ਲੋਕਾਂ ਦੇ ਤਾਈਂ ਆਪਣੀ ਪੂਜਾ ਕਰਵਾਈ ਚੱਲ। ਦੂਜਾ ਨਾ ਸਮਾਨ ਪੂਜਾ ਨਿਜ ਕਰ ਵੀਜੀਏ। ਕੋਈ ਇੱਥੇ ਤੇਰੀ ਬਰਾਬਰੀ ਨਹੀਂ ਕਰੇਗਾ, ਤੂੰ ਆਪਣੀ ਪੂਜਾ ਕਰਵਾ ਤੇ ਆਪਣੇ ਆਪ ਵਿੱਚ ਪੰਜਵਾਂ ਗੁਰੂ ਬਣ ਕੇ ਬੈਠਾ ਰਹੋ। ਪ੍ਰਿਥਿਆ ਸੁਨਤ ਮਨ ਆਨੰਦ ਉਪਾਇਓ ਬਹੋ। ਚਲੋ ਪ੍ਰਿਥੀ ਚੰਦ ਨੇ ਵਿਚਾਰਿਆ ਵੀ ਕੁਛ ਵੀ ਨਾ ਮਿਲਣ ਨਾਲੋਂ ਚੱਲ ਇੰਨਾ ਕੀ ਬਹੁਤ ਹੈ। ਜੇ ਅੰਮ੍ਰਿਤਸਰ ਸਾਹਿਬ ਜੀ ਦੀ ਨਗਰੀ ਮੇਰੇ ਹੱਥੋਂ ਖੁੱਸ ਗਈ ਹੈ, ਜੇ ਗੁਰਤਾ ਗੱਦੀ ਮੇਰੇ ਹੱਥੋਂ ਖੁੱਸ ਗਈ ਹੈ, ਤੇ ਚਲੋ ਮੂੰਹ ਲਕਾਉਣ ਜੋਗਾ ਇੱਥੇ ਬਹਿ ਕੇ ਮੈਂ ਗੁਰੂ ਬਣ ਕੇ ਆਪਣੀ ਪੂਜਾ ਕਰਵਾ ਕੇ ਕੰਮ ਚਲਾ ਲਵਾਂ। ਸੁਲਹੀ ਸੋ ਭਾਖਿਓ
ਮੇਰੇ ਬਾਕ ਕੋ ਸੁਨੀਜੀਏ। ਫਿਰ ਸੁਲਹੀ ਖਾਨ ਨੂੰ ਕਹਿਣ ਲੱਗਾ ਮੇਰੀ ਇੱਕ ਹੋਰ ਗੱਲ ਹੈ ਤੇ ਇਹ ਆਪ ਜੀ ਕਿਰਪਾ ਕਰਕੇ ਧਿਆਨ ਪੂਰਵਕ ਸੁਣੋ ਜੀ। ਸੁਖੀ ਨਿਤ ਥੀਜੀਏ ਪ੍ਰਤਾਪ ਮੈਂ ਬਧੀਜੀਏ। ਤੁਹਾਡਾ ਪ੍ਰਤਾਪ ਵਧੇ, ਤੁਸੀਂ ਸੁਖੀ ਵਸਦੇ ਰਹੋ, ਸਦਾ ਮੌਜਾਂ ਕਰਦੇ ਰਹੋ। ਮਨੋਰਥ ਪੁਰੀਜੀਏ ਸਮੇਤ ਜਸ ਜੀਜੀਏ। ਆਪਣੇ ਮਨੋਰਥ ਪੂਰੇ ਕਰੋ, ਜੋ ਤੁਹਾਡੇ ਮਨ ਦੀ ਰੀਝ ਹੋਵੇ ਪੂਰੀ ਕਰੋ ਤੇ ਬੜੇ ਆਨੰਦ ਸਹਿਤ ਪਰਿਵਾਰ ਦੇ ਸਹਿਤ ਸਦਾ ਲੰਮੀਆਂ ਉਮਰਾਂ ਮਾਣੋ, ਜਿਉਂਦੇ ਰਹੋ। ਗੁਰੂ ਅੰਗ ਸੰਗ ਹੋਏ ਸੰਕਟ ਨਿਵਾਰੈ ਸੋਏ। ਪ੍ਰਿਥੀ ਚੰਦ ਦੇ ਬਸ ਮੂੰਹ ਗੱਲ ਚੜੀ ਹੋਈ ਹੈ। ਇਹ ਵੱਡੇ ਸਤਿਗੁਰਾਂ ਦੇ ਬਚਨ ਨੇ। ਪ੍ਰਿਥੀ ਚੰਦ ਦੀ ਰਸਨਾ ਦੇ ਵਿੱਚ ਭਰੋਸਾ ਕੋਈ ਨਹੀਂ, ਸਿਦਕ ਕੋਈ ਨਹੀਂ, ਭਾਵਨਾ ਕੋਈ ਨਹੀਂ, ਬਸ ਜ਼ਬਾਨ ਤੇ ਗੱਲ ਚੜੀ ਹੋਈ ਹੈ, ਤਕੀਆ ਕਲਾਮ ਹੈ। ਕਹਿੰਦਾ ਗੁਰੂ ਅੰਗ ਸੰਗ ਹੋਵੇ। ਵੀ ਗੁਰੂ ਤੇਰੇ ਅੰਗ ਸੰਗ ਹੈ? ਤੇਰੇ ਅੰਗ ਸੰਗ ਤਾਂ ਗੁਰੂ ਨਹੀਂ। ਤੂੰ ਤੇ ਲੋਕਾਂ ਦਾ ਆਸਰਾ ਲੈਂਦਾ ਫਿਰਦਾ ਹੈ ਪੂਰੇ ਪਰਮੇਸ਼ਰ ਦਾ ਰਾਹ ਛੱਡ ਕੇ, ਤੇ ਤੂੰ ਕਿਸੇ ਨੂੰ ਕੀ ਬਖਸ਼ਿਸ਼ ਦੇਏਗਾ? ਆਖਣ ਲੱਗਾ ਭਾਈ ਗੁਰੂ ਤੇਰੇ ਅੰਗ ਸੰਗ ਹੋਵੇ ਸੁਲਹੀ ਖਾਨ। ਵੱਡੋ ਉਪਕਾਰ ਜੋਏ ਮੇਰੇ ਪਰ ਠਾਨਿਓ। ਇਹ ਬਹੁਤ ਵੱਡਾ ਪਰ ਉਪਕਾਰ ਤੂੰ ਮਿੱਤਰਾ ਮੇਰੇ ਸਿਰ ਕੀਤਾ ਹੈ। ਕਿਨ ਦਿਨ ਸ਼ੁਭ ਗ੍ਰਾਮ ਕਰੋ ਬਸਬੋ ਕੋ ਧਾਮ ਇਹਾ। ਇਹ ਨਗਰ ਜਿਹੜਾ ਤੂੰ ਮੈਨੂੰ ਦਿੱਤਾ ਹੈ ਨਾ, ਇਹ ਮੈਂ ਪ੍ਰਵਾਨ ਕਰਦਾ ਆਪਣੀ ਮਿੱਤਰਤਾ ਦੀ ਨਿਸ਼ਾਨੀ ਵਜੋਂ, ਤੇ ਇਹ ਤੇ ਮੈਂ ਵਾਸਾ ਵੀ ਕਰ ਲਵਾਂਗਾ। ਆਠੋ ਜਾਮ ਤੇਰੀ ਸ਼੍ਰੇਯ ਮੁਖ ਤੇ ਬਖਾਨਿਓ। ਇਹ 8 ਪਹਿਰ 24 ਘੰਟੇ ਹੀ ਇਹ ਤੇ ਵਸਦਾ ਹੋਇਆ ਮੈਂ ਤੈਨੂੰ ਯਾਦ ਕਰਿਆ ਕਰਾਂਗਾ ਤੇ ਤੇਰਾ ਭਲਾ ਮੰਗਿਆ ਕਰਾਂਗਾ। ਏਕ ਕਾਮ ਔਰ ਸੁਨ ਤਾਲ ਬਨਵਾਇਓ ਤੈਨਾ। ਇੱਕ ਕੰਮ ਹੋਰ ਹੈ ਸੁਲਹੀ, ਮੇਰੇ ਭਰਾ ਨੇ ਜੋ ਆਪਣੇ ਪਿਤਾ ਜੀ ਦੁਆਰਾ ਆਰੰਭ ਕੀਤਾ ਹੋਇਆ ਕਾਰਜ ਸੀ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੁਕਮ ਅਨੁਸਾਰ, ਉਹ ਕਹਿੰਦਾ ਮੇਰੇ ਭਰਾ ਨੇ ਤਾਲ ਬਣਾਇਆ ਹੈ, ਸਰੋਵਰ ਬਣਾਇਆ ਹੈ ਅੰਮ੍ਰਿਤਸਰ ਦੇ ਵਿੱਚ। ਆਏ ਸਿੱਖ ਸੰਗਤਾ ਮਹਾਨ ਹੀ ਇਸ਼ਨਾਨਿਓ। ਉੱਥੇ ਬੜੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਤੇ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਦੀਆਂ ਹਨ। ਤੈਸੇ ਮੇਰੇ ਮਨ ਹੈ ਤੜਾਗ ਕੋ ਬਨਾਇਓ ਦਿਓ। ਮੇਰੇ ਮਨ ਵਿੱਚ ਵੀ ਸੁਲਹੀ ਖਾਂ ਇਹ ਰੀਝ ਆਉਂਦੀ ਹੈ ਵੀ ਮੈਂ ਵੀ ਉਦਾਂ ਦਾ ਤਲਾਬ ਬਣਾਵਾਂ ਜਿੱਦਾਂ ਦਾ ਮੇਰੇ ਭਰਾ ਨੇ ਬਣਾਇਆ ਹੈ। ਭਲੀ ਇਹ ਬਾਤ ਹੈ ਮਨੋਰਥ ਉਠਾਨਿਓ। ਇਹ ਮੇਰੇ ਮਨ ਦੇ ਵਿੱਚ ਗੱਲ ਆਈ ਹੈ, ਮੇਰੇ ਮਨ ਦੇ ਵਿੱਚ ਇਹ ਮਨੋਰਥ ਆਇਆ ਹੈ, ਇਹ ਰੀਝ ਹੈ ਮੇਰੀ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਕੁੱਲ ਸੰਸਾਰ ਦੀ ਰੂਹਾਨੀਅਤ ਦਾ ਕੇਂਦਰ ਹੈ। ਖਾਲਸਾ ਜੀ, ਅੱਜ ਕਈ ਵਾਰਾਂ ਆਪਾਂ ਵੇਖਦੇ ਹਾਂ ਕਿ ਕਿਸੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਕਲ ਕਰਨ ਦਾ ਯਤਨ ਕੀਤਾ, ਪਰ ਪਹਿਲੀ ਨਕਲ ਤਾਂ ਉਦੋਂ ਹੀ ਹੋ ਗਈ ਸੀ ਨਾ ਜਿਸ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਅਜੇ ਕਾਰ ਸੇਵਾ ਹੀ ਚੱਲ ਰਹੀ ਹੈ। ਪਹਿਲੀ ਨਕਲ ਇਹ ਆਰੰਭ ਹੋ ਗਈ ਹੈ। ਪ੍ਰਿਥੀ ਚੰਦ ਲੱਗਾ ਆਰੰਭ ਕਰਨ, ਕਹਿਣ ਲੱਗਾ ਮੈਂ ਵੀ ਉਸੇ ਤਰ੍ਹਾਂ ਦਾ ਤਾਲ, ਉਸੇ ਤਰ੍ਹਾਂ ਦਾ ਮੰਦਿਰ ਬਣਾਉਣਾ ਚਾਹੁੰਦਾ ਹਾਂ। ਹੋ ਜੇ ਪ੍ਰਸੰਨ ਆਪ ਆਪ ਨਿਰਮਲ ਜਾਮੈ। ਇਹ ਸੁਲਹੀ ਖਾਨ, ਜੇ ਤੁਹਾਡੀ ਵੀ ਇਹਦੇ 'ਚ ਖੁਸ਼ੀ ਹੋਵੇ ਤੇ ਇਸ ਜਗ੍ਹਾ ਦੇ ਉੱਤੇ ਇੱਕ ਨਿਰਮਲ ਜਿਹਾ, ਇੱਕ ਸੋਹਣਾ ਜਿਹਾ ਤਲਾਅ ਉਹ ਬਣ ਜਾਵੇ। ਐਸੋ ਤਾਲ ਸੁੰਦਰ ਵਿਸ਼ਾਲ ਬਨ ਜਾਏ ਹੈ। ਇੱਕ ਸੁੰਦਰ ਤਾਲ ਬਣੇ, ਵੱਡਾ ਸਾਰਾ ਬਣੇ, ਬਿਲਕੁਲ ਉਦਾਂ ਦਾ ਜਿਵੇਂ ਦਾ ਮੇਰੇ ਭਰਾ ਨੇ ਬਣਵਾਇਆ ਹੈ। ਸੁਲਹੀ ਨੇ ਭਨਿਓ ਇਹੋ ਨਿੱਕੀ ਬਾਤ ਠਾਨੀ ਚਿਤ। ਸੁਲਹੀ ਖਾਨ ਕਹਿਣ ਲੱਗਾ ਆਹ ਤੇ ਗੱਲ ਹੀ ਬੜੀ ਵਧੀਆ ਕੀਤੀ ਹੈ, ਇਹ ਗੱਲ ਮੈਨੂੰ ਬੜੀ ਪਸੰਦ ਆਈ ਹੈ। ਸਭ ਕੋ ਸੁਖਦ ਹੈ ਅਨੇਕ ਨਰ ਨਾਏ ਹੈ। ਇਹ ਤਾਂ ਬੜੀ ਚੰਗੀ ਗੱਲ। ਹੁਣ ਸੁਲਹੀ ਨੂੰ ਨਹੀਂ ਪਤਾ ਵੀ ਸਰੋਵਰ ਦਾ ਮਹਾਤਮ ਕੀ ਹੈ। ਉਹ ਕਹਿਣ ਲੱਗਾ ਇਹ ਤਾਂ ਬੜੀ ਚੰਗੀ ਗੱਲ ਹੈ, ਵਾਹ ਵਾਹ ਤਗੜਾ ਸਰੋਵਰ ਬਣ ਜਾਏਗਾ ਤੇ ਲੋਕੀ ਵਾਹ ਵਾਹ ਨਹਾਇਆ ਕਰਨਗੇ। ਖਗ ਮਿਰਗ ਨੀਰ ਪਾਨ ਪੁੰਨ ਹੈ ਮਹਾਨ ਜਾਂ ਕੋ। ਫਿਰ ਉਹਦੇ ਵਿੱਚ ਪੰਛੀ ਪਾਣੀ ਪੀਣਗੇ, ਪਸ਼ੂ ਪਾਣੀ ਪੀਣਗੇ। ਇਹ ਤੇ ਬੜਾ ਪੁੰਨ ਦਾ ਕੰਮ ਦੱਸਿਆ ਹੈ ਵੱਡਿਆਂ ਨੇ। ਰਚੀਏ ਤੜਾਗ ਚਾਰੋਂ ਭਾਗ ਤੇ ਸੁਹਾਏ ਹੈ। ਇਸ ਲਈ ਹੇ ਪ੍ਰਿਥੀ ਚੰਦ,
ਵਧੀਆ ਤਲਾਬ ਬਣਾ, ਜਿਹੜਾ ਚਾਰ ਚਫੇਰੇ ਤੋਂ ਸੋਹਣਾ ਵਧੀਆ ਲੱਗੇ, ਐਨ ਚਨੁਕਰਾ ਕਰਕੇ ਬਣਾਵੀਂ। ਜੈਸੇ ਬੜੇ ਸੰਗਤਾ ਸੋ ਪ੍ਰੇਮ ਤੇ ਇਸ਼ਨਾਨੇ ਤਹਾ। ਜਿਵੇਂ ਉਤੇ ਅੰਮ੍ਰਿਤਸਰ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਤੇ ਬੜੀ ਸ਼ਰਧਾ ਤੇ ਪ੍ਰੇਮ ਧਾਰ ਕੇ ਉਤੇ ਇਸ਼ਨਾਨ ਕਰਦੀਆਂ ਹਨ ਜੀ। ਤੈਸੋ ਤੇਰ ਹੋਏ ਹੈ ਸੋ ਜਸ ਪਸਰਾਏ ਹੈ। ਉਸੇ ਪ੍ਰਕਾਰ ਤੇਰਾ ਵੀ ਸਰੋਵਰ ਪ੍ਰਿਥੀ ਚੰਦ ਉਦਾਂ ਦਾ ਹੀ ਮਸ਼ਹੂਰ ਹੋ ਜਾਏ, ਇੱਥੇ ਵੀ ਲੋਕ ਆ ਕੇ ਇਸ਼ਨਾਨ ਕਰਨ ਤੇ ਤੇਰੀ ਵਡਿਆਈ ਕਰਿਆ ਕਰਨ। ਐਸੇ ਕਹੈ ਸੁਲਹੇ ਨੇ ਦੀਨਸ ਦਰਬ ਤਬ। ਇਹ ਗੱਲ ਕਹਿ ਕੇ ਸੁਲਹੀ ਖਾਨ ਨੇ ਆਪਣੇ ਪੱਲਿਓਂ ਇੱਕ ਖੁਰਜੀ ਕੱਢੀ ਹੈ ਮਾਇਆ ਦੀ, ਤੇ ਉਹ ਮਾਇਆ ਸਰੋਵਰ ਦੇ ਕਾਰਜ ਨੂੰ ਕਰਵਾਉਣ ਵਾਸਤੇ ਪ੍ਰਿਥੀ ਚੰਦ ਵੱਲ ਕਰ ਦਿੱਤੀ। ਮੇਰੋ ਪੁੰਨ ਹੋਏਗੋ ਤੜਾਗ ਬਨ ਜਾਏ ਹੈ। ਕਹਿਣ ਲੱਗਾ ਪ੍ਰਿਥੀ ਚੰਦ ਜੀ, ਮੇਰਾ ਵੀ ਇਹਦੇ ਵਿੱਚ ਪੁੰਨ, ਮੇਰਾ ਵੀ ਇਹਦੇ ਵਿੱਚ ਜਿਹੜਾ ਮਹਾਤਮ ਬਣ ਜਾਏਗਾ, ਮੇਰੇ ਵਾਸਤੇ ਵੀ ਇਹ ਫਲਾਹੀ ਕੰਮ ਹੋਵੇਗਾ। ਮੁਸਲਮਾਨ ਨੇ ਸ਼ਬਦਾਵਲੀ ਵਰਤਦੇ ਨੇ। ਉਹ ਕਹਿੰਦਾ ਮੈਨੂੰ ਵੀ ਇਹਦਾ ਬਹੁਤ ਵੱਡਾ ਸਵਾਬ ਮਿਲ ਜਾਵੇਗਾ, ਮੇਰੀ ਵੀ ਮਾਇਆ ਵਰਤ ਲੈਣੀ। ਪ੍ਰਿਥੀ ਨੇ ਪਾਖ ਕੈ ਪਟਾਸੁ ਲਿਖਵਾਇਓ ਗ੍ਰਾਮ। ਪ੍ਰਿਥੀ ਚੰਦ ਹੈ ਬੜਾ ਚਲਾਕ, ਉਹਨੇ ਜ਼ਬਾਨੀ ਕਲਾਮੀ ਕੰਮ ਨਹੀਂ ਛੱਡਿਆ। ਉਹਨੇ ਬਹਾਨਾ ਜਿਹਾ ਬਣਾ ਕੇ ਤੇ ਪਟਾ ਲਿਖਵਾ ਲਿਆ ਵੀ ਕੱਲ ਨੂੰ ਇਹ ਨਾ ਹੋਵੇ, ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਸੁਲਹੀ ਖਾਨ ਦੁਨੀਆ ਤੇ ਨਾ ਰਵੇ ਤੇ ਇਹਦੇ ਵਾਰਿਸ ਆ ਕੇ ਮੈਨੂੰ ਕਹਿਣ ਵੀ ਇਹ ਜ਼ਮੀਨ ਤੇ ਸਾਡੀ ਹੈ। ਜ਼ਬਾਨੀ ਕੰਮ ਨਹੀਂ ਰੱਖਿਆ, ਇਹਨੇ ਪਟਾ ਲਿਖਵਾ ਕੇ ਸੁਲਹੀ ਖਾਨ ਦੀ ਉਹਦੇ ਤੇ ਮੋਹਰ ਲਿਖਵਾ ਲਈ, ਉਹਦੇ ਤੇ ਦਸਤਖਤ ਕਰਵਾ ਲਏ। ਰਚੇ ਨਿਜ ਧਾਮ ਕੀਨ ਬਾਸ ਸੁਖ ਪਾਏ ਹੈ। ਇੱਥੇ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ, ਇੱਥੇ ਆਪਣੇ ਲਈ ਆਵਾਸ ਬਣਾਇਆ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਕਲ ਇੱਥੇ ਆਰੰਭ ਕਰਵਾ ਦਿੱਤੀ। ਆਵੈ ਲਗਵਾਏ ਨਿਤ ਠਾਨ ਤੋ ਉਪਾਏ ਵੱਡੋ। ਬਹੁਤ ਸਕੀਮਾਂ ਲਾਉਂਦਾ ਹੈ, ਬੜੀਆਂ ਵਿਚਾਰ ਕਰਦਾ ਰਹਿੰਦਾ ਹੈ ਤੇ ਬਹੁਤ ਵੱਡੇ ਆਵੇ ਲਵਾਏ ਨੇ। ਪਹਿਲਾਂ ਵੀ ਇੱਟਾਂ ਤਿਆਰ ਕਰਵਾ ਲਈਏ ਵੱਡੀ ਗਿਣਤੀ ਵਿੱਚ। ਸਮਾਤਾ ਕੋ ਚਾਹੇ ਸੁਧਾਸਰ ਜਿਉ ਸੁਹਾਏ ਹੈ। ਉਸੇ ਤਰ੍ਹਾਂ ਮਨ ਵਿੱਚ ਸੋਚਦਾ ਹੈ ਕਿ ਮੈਂ ਇੱਕ ਇੱਕ ਚੀਜ਼ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਨਕਲ ਕਰ ਲਵਾਂ, ਉਹਦਾ ਹੀ ਸਰੋਵਰ ਹੋਵੇ, ਉਸੇ ਪ੍ਰਕਾਰ ਦਾ ਹੀ ਨਕਸ਼ਾ ਹੋਵੇ ਸਾਰਾ। ਆਵੇਗੀ ਉਪਾਇਨ ਅਨੇਕ ਹੀ ਪ੍ਰਕਾਰ ਕਰ। ਫਿਰ ਸੋਚਦਾ ਹੈ ਕਿ ਉਸੇ ਪ੍ਰਕਾਰ ਭੇਟਾ ਵੀ ਆਵੇਗੀ, ਸੰਗਤਾਂ ਵੀ ਆਉਣਗੀਆਂ, ਉਸੇ ਤਰ੍ਹਾਂ ਹੀ ਲੋਕ ਆ ਕੇ ਮੈਨੂੰ ਮੱਥਾ ਟੇਕਣਗੇ ਤੇ ਗੁਰੂ ਵੀ ਮੰਨਣਗੇ। ਮੇਲ ਹੋਏ ਤੀਰਥ ਕੋ ਮਿਲੈ ਸਮੁਦਾਏ ਹੈ। ਮੈਂ ਵੀ ਇਹ ਤੇ ਜੋੜ ਮੇਲਾ ਲਾਵਾਂਗਾ ਤੇ ਜੋੜ ਮੇਲਾ ਲਾ ਕੇ ਬਹੁਤੀਆਂ ਸੰਗਤਾਂ ਨੂੰ ਬੁਲਾਵਾਂਗਾ ਤੇ ਆਪਣੀ ਵਡਿਆਈ ਕਰਵਾਵਾਂਗਾ। ਦੋਹਰਾ ਲਗਿਓ ਕਰਾਵਨ ਤਾਲ ਕੋ ਤਰ ਉਤਸ਼ਾਹ ਵਿਸਾਲ। ਬਹੁਤ ਉਤਸ਼ਾਹ ਧਾਰ ਕੇ, ਬੜਾ ਜੋਸ਼ ਧਾਰ ਕੇ ਪ੍ਰਿਥੀ ਚੰਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਸ੍ਰੀ ਅੰਮ੍ਰਿਤ ਸਰੋਵਰ ਜੀ ਦੀ ਨਕਲ ਤਿਆਰ ਕਰਵਾਉਣ ਲੱਗਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਆਰੰਭ ਦੇ ਵਿੱਚ ਤਾਂ ਬੜੇ ਜੋਸ਼ ਵਿੱਚ ਹੈ, ਆਰੰਭ ਦੇ ਵਿੱਚ ਤਾਂ ਮਾਇਆ ਵੀ ਬੜੀ ਖਰਚੀ ਕਰੀ ਜਾ ਰਿਹਾ ਹੈ ਤੇ ਮਨ ਵਿੱਚ ਇਉਂ ਐ ਵੀ ਬਿਲਕੁਲ ਉਹੋ ਹੀ ਨਕਲ ਤਿਆਰ ਕਰ ਲਵਾਂਗਾ। ਖਰਚਾ ਹੈ ਦਰਬ ਸਰਬ ਕੋ ਗੁਰ ਕੇ ਮਤ ਸਰ ਨਾਲ। ਬਹੁਤ ਧਨ ਕੱਢ ਕੱਢ ਕੇ ਖਰਚੀ ਜਾਂਦਾ ਹੈ, ਸਾਰਾ ਧਨ ਉਹ ਹੈ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਇਹ ਗਬਨ ਕਰੀ ਜਾਂਦਾ ਸੀ। ਸੰਗਤਾਂ ਦੀ ਲਿਆਂਦੀ ਭੇਟਾਂ ਨੂੰ ਇਹ ਲਕੋਈ ਜਾਂਦਾ, ਚੋਰੀ ਕਰੀ ਜਾਂਦਾ ਸੀ ਨਾ। ਜਿਹੜਾ ਨੱਪ ਰੱਖਿਆ ਸੀ ਪਾਪ ਦਾ ਪੈਸਾ, ਕਪਟ ਦਾ ਪੈਸਾ, ਉਹ ਹੁਣ ਕੱਢ ਕੱਢ ਕੇ ਖਰਚ ਕਰੀ ਜਾਂਦਾ ਹੈ। ਪਰ ਮਨ ਵਿੱਚ ਸਤਿਗੁਰਾਂ ਦੀ ਈਰਖਾ ਹੈ। ਮਾਇਆ ਖਰਚ ਕਰਨ ਲੱਗਿਆਂ ਜੇ ਈਰਖਾ ਹੈ, ਉਹਦੀ ਸਜ਼ਾ ਹੀ ਮਿਲਣੀ ਹੈ, ਉਹਦਾ ਪਾਪ ਹੀ ਸਿਰ ਚੜ੍ਹਨਾ ਹੈ। ਤੇ ਜੇ ਮਨ ਦੇ ਵਿੱਚ ਪਰ ਉਪਕਾਰ ਹੋਵੇ, ਪ੍ਰੇਮਾ ਭਾਵਨੀ ਹੋਵੇ, ਤਾਂ ਉਹਦਾ ਫਿਰ ਲਾਭ ਮਿਲੇਗਾ, ਉਹਦਾ ਪੁੰਨ ਮਿਲੇਗਾ। ਪਰ ਇਹਦੇ ਮਨ ਵਿੱਚ ਬੜੀ ਭਾਰੀ ਈਰਖਾ ਹੈ ਜੀ। ਸ਼੍ਰੀ ਅਰਜੁਨ ਕੇ ਸਮ ਬਨੋ
ਕਰਤ ਪਖੰਡ ਅਨੇਕ। ਮਨ ਵਿੱਚ ਸੋਚਦਾ ਹੈ ਮੈਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਾ ਬਣ ਜਾਵਾਂ, ਉਦਾਂ ਦਾ ਹੋ ਜਾਵਾਂ, ਲੋਕ ਮੈਨੂੰ ਉਸੇ ਤਰ੍ਹਾਂ ਮੰਨਣ ਜਿਵੇਂ ਗੁਰੂ ਅਰਜਨ ਦੇਵ ਜੀ ਨੂੰ ਮੰਨਦੇ ਨੇ। ਤੇ ਇਹਦੇ ਲਈ ਪਖੰਡ ਕਰਦਾ। ਪਖੰਡ ਕੀ ਕਰਦਾ ਭਲਾ? ਹਿਰਦੇ ਦੇ ਵਿੱਚ ਵਾਹਿਗੁਰੂ ਦਾ ਕਦੇ ਵੀ ਚਿੱਤ ਨਹੀਂ ਹੈ, ਹਾਜ਼ਰ ਨਾਜ਼ਰ ਕਦੇ ਨਹੀਂ ਜਾਣਿਆ, ਤੇ ਲੋਕਾਂ ਦੇ ਸਾਹਮਣੇ ਬੜੀ ਮਾਲਾ ਘਮਾ ਘਮਾ ਕੇ ਵਿਖਾਉਂਦਾ ਹੈ। ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਸਿਮਰਨ ਅਤੀ ਜ਼ਰੂਰੀ ਹੈ, ਪਰ ਖਾਲਸਾ ਜੀ ਇਹ ਇਕਾਂਤ ਮੰਗਦਾ। ਤੇ ਜੇ ਹਾਲ ਇਹ ਹੋਵੇ ਇਕਾਂਤ ਵਿੱਚ ਤਾਂ ਰੱਬ ਯਾਦ ਕੋਈ ਨਹੀਂ, ਜਦੋਂ ਲੋਕ ਸਾਹਮਣੇ ਵੇਖਣ ਤੇ ਉਦੋਂ ਬੁੱਲ ਹਿੱਲਣ ਲੱਗ ਪੈਣ ਤੇ ਉਦੋਂ ਮਾਲਾ ਘੁੰਮਣ ਲੱਗ ਪੈ, ਇਹ ਵੀ ਪਖੰਡ ਬਣ ਜਾਂਦਾ ਹੈ। ਇਹ ਮਾਲਕ ਦੇ ਦਰ ਤੇ ਪ੍ਰਵਾਨ ਨਹੀਂ ਚੜਦਾ। ਅਜਮਤ ਪਾਵੈ ਕਹਾਂ ਤੇ ਗਿਆਨ ਬਹੀਨ ਬੇਕ। ਸਤਿਗੁਰਾਂ ਦੀ ਰੀਸ ਕਰ ਲਵੇਗਾ, ਕੱਪੜੇ ਪਾ ਲਵੇਗਾ, ਉਦਾਂ ਦੀ ਦਸਤਾਰ ਸਜਾ ਲਵੇਗਾ, ਮਾਲਾ ਵੀ ਫੜ ਲਵੇਗਾ, ਤੇ ਸਤਿਗੁਰਾਂ ਦੇ ਵਾਂਗ ਬਾਰੀ ਬਾਰੀ ਤੌਰ ਤੇ ਬਣ ਕੇ ਵਿਖਾਵਾ ਵੀ ਕਰ ਲਵੇਗਾ, ਪਰ ਅੰਦਰ ਵਿਵੇਕ ਕਿੱਥੋਂ ਆਉਣਾ ਹੈ? ਅੰਦਰ ਉਹ ਬ੍ਰਹਮ ਗਿਆਨ ਕਿੱਥੋਂ ਆਉਣਾ ਹੈ? ਭਾਈ ਗੁਰਦਾਸ ਸਾਹਿਬ ਜੀ ਨੇ ਪਿਰਤੀ ਚੰਦ ਵੱਲ ਵੇਖ ਕੇ, ਸਾਧ ਸੰਗਤ ਜੀ ਜੋ 36ਵੀਂ ਵਾਰ ਹੈ ਨਾ, ਉਹਦੇ ਵਿੱਚ ਬੜੀਆਂ ਉਦਾਹਰਨਾਂ ਦਿੱਤੀਆਂ। ਉਹ ਆਪਾਂ ਬਚਨ ਪੜ੍ਹਦੇ ਹਾਂ, ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਾਖੰਡ ਕਮਤਾਓ। ਸਾਰੀ ਵਾਰਤਾ ਕਿ ਗਿੱਦੜ ਰੰਗਿਆ ਗਿਆ ਲਾਰੀ ਦੇ ਮੱਟ ਵਿੱਚੋਂ ਨੀਲਾ, ਜੰਗਲ ਵਿੱਚ ਪਸ਼ੂ ਪੰਛੀ ਵੇਖ ਕੇ ਡਰਨ ਇਹ ਕੌਣ ਆ ਗਿਆ, ਤੇ ਕਹਿਣ ਲੱਗਾ ਮੈਂ ਤੁਹਾਡਾ ਰਾਜਾ ਹਾਂ। ਕੁਝ ਦਿਨ ਤਾਂ ਪਖੰਡ ਚੱਲ ਗਿਆ, ਤੇ ਜਦੋਂ ਉਹਦੇ ਅੰਦਰੋਂ ਉਹ ਗਿੱਦੜ ਵਾਲੀ ਆਵਾਜ਼ ਪ੍ਰਗਟ ਹੋ ਗਈ ਹੈ, ਬੋਲਣ ਪਾਜ ਉਗਾੜਿਆ ਜਿਉ ਮੂਲੀ ਪੱਤਾ, ਉਸੇ ਵੇਲੇ ਪਤਾ ਲੱਗ ਗਿਆ ਇਹ ਗਿੱਦੜ ਹੈ। ਇਸੇ ਤਰ੍ਹਾਂ ਭਾਈ ਸਾਹਿਬ ਜੀ ਉਦਾਹਰਣ ਦਿੰਦੇ ਨੇ ਕਬਿਤ ਸਵਈਆਂ ਦੇ ਅੰਦਰ, ਆਖਣ ਲੱਗੇ ਜੈਸੇ ਕਊਆ ਕੋਕਲਾ ਹੈ ਦੋ ਖਾਗ ਸਿਆਮ ਤਨ, ਬੂਝੀਐ ਅਸ਼ੁਭ ਸ਼ੁਭ ਲੱਛਣ ਕਹਿ ਲਾਖੀਏ। ਜਿਵੇਂ ਕਾਂ ਵੀ ਕਾਲਾ ਹੈ, ਕੋਇਲ ਵੀ ਕਾਲੀ ਹੈ, ਦੋਵੇਂ ਖੰਭਾਂ ਵਾਲੇ ਉੱਡਣ ਵਾਲੇ ਪੰਛੀ ਨੇ। ਉਹ ਕਾਂ ਵੱਲ ਵੇਖ ਲਈਏ, ਕੋਇਲ ਵੱਲ ਵੇਖ ਲਈਏ, ਦੋਵੇਂ ਪੰਛੀ ਨੇ, ਦੋਵੇਂ ਕਾਲੇ ਨੇ, ਦੋਵੇਂ ਉੱਡਦੇ ਨੇ। ਫਰਕ ਕੀ ਹੈ? ਕਹਿਣ ਲੱਗੇ ਕੋਇਲ ਬੋਲੇ ਤੇ ਲੋਕ ਪ੍ਰੇਮ ਨਾਲ ਸੁਣਦੇ ਨੇ, ਕਾਂ ਬੋਲੇ ਤੇ ਛੇਤੀ ਨਾਲ ਉਡਾਉਣ ਲੱਗ ਪੈਂਦੇ ਨੇ। ਇਹ ਫਰਕ ਹੈ ਸੰਤ ਤੇ ਅਸੰਤ ਦਾ, ਇਹ ਫਰਕ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਕੋਇਲ ਦੀ ਨਿਆਈ, ਤੇ ਪਿਰਤੀ ਚੰਦ ਦੇ ਕਪਟ ਭਰੇ ਬਚਨ ਉਹ ਕਾਂ ਦੀ ਨਿਆਈ ਨੇ। ਰੀਸ ਕਿਵੇਂ ਕਰ ਲਵੇਂਗਾ? ਦੋਹਰਾ ਸ਼ਿਰ ਗੁਰ ਸੋ ਮਤ ਸਰ ਧਰਤ, ਰਜਤ ਦੰਭ ਬਹੁ ਭਾਤ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਮਤਸਰ ਕਰਦਾ, ਈਰਖਾ ਕਰਦਾ ਹੈ, ਬੜੀ ਈਰਖਾ ਕਰਦਾ ਹੈ, ਤੇ ਦੰਭ ਕਰਦਾ, ਪਖੰਡ ਕਰਦਾ ਹੈ ਕਿ ਮੈਂ ਉਹਨਾਂ ਦੇ ਵਰਗਾ ਬਣਾ। ਈਰਖਾ ਹੁੰਦੀ ਉਹਦੇ ਨਾਲ ਹੈ ਜਿਹਦੇ ਤੋਂ ਸਾਨੂੰ ਲੱਗਦਾ ਹੋਵੇ ਵੀ ਇਹ ਮੇਰੇ ਨਾਲੋਂ ਅੱਗੇ ਲੰਘ ਗਿਆ ਹੈ, ਜਾਂ ਇਹਦੀ ਥਾਂ ਤੇ ਮੈਂ ਹੋਣਾ ਚਾਹੀਦਾ ਸਾਂ। ਬੰਦਾ ਬਾਹਰੋਂ ਈਰਖਾ ਬੜੀ ਕਰਦਾ ਹੈ, ਅੰਦਰੋਂ ਉਹ ਜਾਣਦਾ ਹੁੰਦਾ ਹੈ ਕਿ ਇਹਦੇ ਵਾਲੇ ਗੁਣ ਮੇਰੇ ਵਿੱਚ ਹੈਨ ਨਹੀਂ। ਪਿਰਥੀ ਚੰਦ ਕਪਟੀ ਹੈ, ਈਰਖਾ ਕਰਦਾ ਤੇ ਸਤਿਗੁਰਾਂ ਦੀ ਨਕਲ ਕਰਨ ਦਾ ਯਤਨ ਕਰਦਾ ਰਹਿੰਦਾ। ਲਾਗ ਤੜਾਗ ਬਨਾਵਨੇ ਕਹਿ ਕਹਿ ਮਹਿਮਾ ਬਾਤ। ਇਸ ਤਰ੍ਹਾਂ ਲੱਗ ਪਿਆ ਹੈ ਤਲਾਬ ਬਣਾਉਣ, ਤੇ ਆਪ ਹੀ ਆਪਣੇ ਤਲਾਬ ਦੀ ਮਹਿਮਾ ਦੀਆਂ ਗੱਲਾਂ ਕਰਦਾ। ਲੋਕਾਂ ਦੇ ਵਿੱਚ ਕਦੇ ਕਹਿੰਦਾ ਹੈ ਇਹ ਤੇ ਇਸ਼ਨਾਨ ਕਰਨ ਵਾਲੇ ਦੇ ਸਾਰੇ ਰੋਗ ਦੂਰ ਹੋ ਜਾਣਗੇ। ਜਿਵੇਂ ਸਾਧ ਸੰਗਤ ਜੀ ਕੋ ਬੱਸ ਅੱਡਿਆਂ ਤੇ ਵੇਚਦੇ ਫਿਰਦੇ ਹੁੰਦੇ ਨੇ ਕੋਈ ਨਿੱਕੀ ਜਿਹੀ ਸ਼ੀਸ਼ੀ ਦਵਾ, ਉਹ ਕਹਿੰਦੇ ਇਹਦੇ ਚੋਂ ਆਹ ਵੀ ਰੋਗ ਦੂਰ ਹੋ ਜਾਂਦਾ, ਆਹ ਵੀ ਰੋਗ ਦੂਰ। ਉਹਨੂੰ ਪੁੱਛ ਲਈਏ ਵੀ ਆਹ ਰੋਗ, ਉਹ ਕਹਿੰਦਾ ਇਹ ਵੀ ਦੂਰ ਹੋ ਜਾਏਗਾ। ਦੁਨੀਆ ਦੀ ਕੋਈ ਬਿਮਾਰੀ ਨਹੀਂ ਜਿਹੜੀ ਉਹ ਗਣਾ ਨਾ ਦਵੇ, ਤੇ ਹੁੰਦਾ ਉਹਦੇ ਨਾਲ ਕੁਝ ਵੀ ਨਹੀਂ। ਪਿਰਥੀ ਚੰਦ ਕਹਿੰਦਾ ਹੈ ਇਹ ਤੇ ਇਸ਼ਨਾਨ ਕਰਿਆ ਸਾਰੇ ਦੁੱਖ ਦੂਰ ਹੋ ਜਾਣਗੇ, ਰੋਗ ਦੂਰ ਹੋ ਜਾਣਗੇ। ਫਿਰ ਕਹਿੰਦਾ ਇਹ ਤੇ ਇਸ਼ਨਾਨ ਕਰਿਆ ਪਾਪ ਲੈ ਜਾਣਗੇ, ਇਹ ਤੇ ਇਸ਼ਨਾਨ ਕਰਕੇ ਸਵਰਗ ਮਿਲ ਜਾਵੇਗਾ। ਅਨੇਕਾਂ ਪ੍ਰਕਾਰ ਦੇ ਝੂਠ ਬੋਲਦਾ ਤੇ ਸੰਗਤਾਂ ਨੂੰ ਗੁੰਮਰਾਹ ਕਰਦਾ ਰਹਿੰਦਾ। ਨਿਸ਼ਾਨੀ ਛੰਦ
खर्चत दर्ब विशाल को आवे लगवाए। ਬਹੁਤ ਧਨ ਖਰਚ ਕੇ ਇੱਟਾਂ ਪਕਵਾਉਣ ਵਾਸਤੇ ਬਹੁਤੇ ਆਵੇ ਲਵਾਏ ਨੇ ਵੀ ਛੇਤੀ ਇੱਟਾਂ ਪੱਕ ਜਾਣ ਤੇ ਛੇਤੀ ਕਾਰਜ ਰਾਸ ਹੋ ਜਾਵੇ। ਬ੍ਰਿੰਦ ਮਿਹਨਤੇ ਲਗ ਪਰੇ ਬਹੁਕਾਰ ਕਰਾਏ। ਬਹੁਤ ਮਜ਼ਦੂਰ ਤੇ ਬੜੇ ਮਿਸਤਰੀ ਲਾ ਦਿੱਤੇ ਨੇ ਤਾਂ ਕਿ ਕੰਮ ਛੇਤੀ ਛੇਤੀ ਪੂਰਾ ਹੋਵੇ। ਖਨਿਓ ਤੁਰਤ ਬੜ ਤਾਲ ਕੋ ਮ੍ਰਿਤਕਾ ਨਿਕਸਾਏ। ਛੇਤੀ ਛੇਤੀ ਦੇ ਨਾਲ ਮਿੱਟੀ ਬਾਹਰ ਕਢਵਾਈ ਜਾਂਦਾ ਹੈ ਤੇ ਬਾਕੀ ਕਾਰਜ ਵੀ ਨਾਲੋਂ ਨਾਲ ਕਰਵਾਈ ਜਾਂਦਾ ਹੈ। ਚੌਦਸ਼ ਤੇ ਇੱਕ ਸਾਰ ਕਰ ਚਿੰਤੇ ਲਗਵਾਈ। ਚਾਰ ਚਫੇਰੇ ਤੋਂ ਸਰੋਵਰ ਨੂੰ ਇੱਕ ਸਾਰ ਮਿਣਤੀ ਕਰਕੇ ਬਰਾਬਰ ਐਨ ਚਨੁਕਰਾ ਦਿਸ਼ਾਵਾਂ ਦਾ ਧਿਆਨ ਰੱਖ ਕੇ ਇਹਨੇ ਚਿੰਤੀ ਵੀ ਸ਼ੁਰੂ ਕਰਵਾ ਦਿੱਤੀ ਹੈ। ਸਰੋਵਰ ਨੂੰ ਪੱਕਾ ਕਰਨ ਵਾਸਤੇ ਇੱਟਾਂ ਲਾਉਣੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ। ਦਿਨ ਸਗਰੇ ਬੈਠੋ ਰਹਿ ਕਹਿ ਕਹਿ ਕਰਵਾਵੇ। ਸਾਰਾ ਦਿਨ ਉੱਤੇ ਬਹਿੰਦਾ ਹੈ ਤੇ ਆਪ ਮਜ਼ਦੂਰਾਂ ਨੂੰ ਕਾਰੀਗਰਾਂ ਨੂੰ ਦੱਸ ਕੇ ਕੰਮ ਕਰਵਾਉਂਦਾ ਹੈ। ਦੇਤ ਮਜੂਰੇ ਸੰਜ ਕੋ ਪੁਨਸਾਰ ਲਗਾਵੇ। ਸਾਰਾ ਦਿਨ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਕਾਰਜ ਸ਼ੁਰੂ ਕਰਵਾ ਲੈਣਾ ਤੇ ਤਕਾਲਾਂ ਨੂੰ ਜਾ ਕੇ ਸਾਰਿਆਂ ਨੂੰ ਮਜ਼ਦੂਰੀ ਇਹ ਵੀ ਰੀਸ ਕਰਦਾ ਸਤਿਗੁਰਾਂ ਦੀ ਵੀ ਰੋਜ਼ ਦੇ ਰੋਜ਼ ਮਜ਼ਦੂਰੀ ਦਈ ਜਾਣੀ। ਇਸੇ ਤਰ੍ਹਾਂ ਮਹਾਰਾਜ ਜੀ ਦੀ ਰੀਸ ਕਰਕੇ ਇਹ ਦਈ ਜਾਂਦਾ ਮਜ਼ਦੂਰੀ ਸਾਰਿਆਂ ਦੇ ਤਾਈਂ। ਗਨ ਕਾਰੀਗਰ ਚਿੰਤ ਹੈ ਸੁੰਦਰਤਾ ਸੰਗਾ। ਬੜੇ ਕਾਰੀਗਰ ਆਏ ਹੋਏ ਨੇ ਆਪਣੇ ਵੱਲੋਂ ਪੂਰਾ ਯਤਨ ਕਰਕੇ ਜ਼ੋਰ ਲਾ ਕੇ ਇਹ ਤੋਂ ਤੱਕ ਵੀ ਵਿਦਵਾਨ ਦੱਸਦੇ ਨੇ ਖਾਲਸਾ ਜੀ ਭਾਵੇਂ ਗ੍ਰੰਥਾਂ ਵਿੱਚ ਇਸ ਗੱਲ ਦਾ ਜ਼ਿਕਰ ਸਪਸ਼ਟ ਨਹੀਂ ਹੈ ਪਰ ਵਿਦਵਾਨਾਂ ਨੇ ਜ਼ਿਕਰ ਕੀਤਾ ਵੀ ਇਹ ਬੰਦੇ ਭੇਜਦਾ ਹੁੰਦਾ ਸੀ ਦਰਬਾਰ ਸਾਹਿਬ ਆਪਣੇ ਕਾਰੀਗਰਾਂ ਨੂੰ ਕਹਿਣਾ ਜਾਓ ਅੰਮ੍ਰਿਤਸਰ ਜਾ ਕੇ ਤੇ ਗੁਰੂ ਕਾ ਤਲਾਬ ਵੇਖ ਕੇ ਆਓ ਤੇ ਉਦਾਂ ਦਾ ਹੀ ਇੱਥੇ ਆ ਕੇ ਬਣਾਉਣਾ ਹੈ। ਇਹਨਾਂ ਨੂੰ ਨਕਸ਼ਾ ਸਮਝ ਆ ਜਾ ਇਸ ਲਈ ਦਰਬਾਰ ਸਾਹਿਬ ਦੀ ਨਕਲ ਲਾਉਣ ਕੱਲਿਆ ਕਰਦਾ ਸੀ। ਇਸ ਪ੍ਰਕਾਰ ਦੇ ਨਾਲ ਇਹ ਸਤਿਗੁਰਾਂ ਦੇ ਦਰ ਘਰ ਦੀ ਰੀਸ ਕਰ ਰਿਹਾ ਹੈ। ਦੇਖ ਦੇਖ ਹਰ ਖੈਰ ਦੇ ਧਰ ਬੜੇ ਉਮੰਗਾ। ਜਦੋਂ ਕੰਮ ਵਾਵਾ ਸ਼ੁਰੂ ਹੋ ਗਿਆ ਸਰੋਵਰ ਦੇ ਵਿੱਚੋਂ ਮਿੱਟੀ ਆਸ-ਪਾਸ ਤੋਂ ਦਾ ਸਾਰੀ ਕਢਵਾ ਕੇ ਚਿੰਤੀ ਸ਼ੁਰੂ ਕਰਵਾ ਦਿੱਤੀ ਹੈ ਤੇ ਵਿਚਕਾਰੋਂ ਅਜੇ ਕਢਵਾ ਰਿਹਾ ਹੈ। ਨਾਲੋਂ ਨਾਲ ਕੰਮ ਚਲਾਈ ਜਾਂਦਾ ਹੈ। ਛੇਤੀ ਛੇਤੀ ਕਾਰਜ ਹੋਵੇ। ਕੰਮ ਸ਼ੁਰੂ ਹੋਏ ਵੇਖ ਕੇ ਬੜਾ ਪ੍ਰਸੰਨ ਹੈ। ਕਰਤ ਸੁਦਾਸਰ ਰੀਸ ਕੋ ਤਿਸ ਹੀ ਬਿਦ ਕੀਨੋ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਰੀਸ ਕਰ ਲਈ ਹੈ। ਉਸੇ ਤਰ੍ਹਾਂ ਦਾ ਨਕਸ਼ਾ ਮੰਗਵਾ ਲਿਆ ਹੈ। ਉਸੇ ਪ੍ਰਕਾਰ ਆਪਣੇ ਕਾਰੀਗਰਾਂ ਨੂੰ ਲਵਾ ਕੇ ਨੀਹਾਂ ਰਖਵਾ ਦਿੱਤੀਆਂ। ਮੰਦਰ ਤੀਰਥ ਰਾਗ ਕੈ ਸ਼ੁਭ ਰਚਨਾ ਚੀਨੋ। ਮਨ ਵਿੱਚ ਖਿਆਲ ਕਰਦਾ ਹੈ ਮੈਂ ਬਹੁਤ ਵੱਡਾ ਤੀਰਥ ਲੱਗਾ ਬਣਾਉਣ। ਇਹਦਾ ਤੀਰਥਾਂ ਦਾ ਸਭ ਤੋਂ ਵੱਡਾ ਤੀਰਥ ਹੈ, ਤੀਰਥਾਂ ਦਾ ਰਾਜਾ ਹੈ। ਇਹ ਸੋਚ ਕੇ ਰਚਨਾ ਕਰਵਾਉਣ ਲੱਗਾ। ਹਰ ਮੰਦਰ ਸਮਦਰ ਕਰੇ ਕਹਿ ਆਪ ਬਤਾਵੇ। ਆਪ ਦੱਸ ਕੇ ਦੱਸਦਾ ਵੀ ਇੱਧਰ ਇਹ ਦਰਵਾਜ਼ਾ ਰੱਖੋ, ਇੱਧਰ ਦਰਵਾਜ਼ਾ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਵਾਜ਼ੇ ਹਨ 4 ਇਸੇ ਪ੍ਰਕਾਰ ਇਹਨੇ 4 ਦਰਵਾਜ਼ੇ ਰਖਵਾ ਲਏ। ਕਹਿ ਕਹਿ ਛਪਰ ਕਰਾਵਤੋ ਤਨ ਦੇ ਹੁਲਸਾਵੇ। ਬਹੁਤ ਧਨ ਦਿੰਦਾ ਹੈ ਤੇ ਸਾਰੇ ਕਾਰਜ ਜਿਹੜੇ ਨੇ ਆਪ ਧਿਆਨ ਦੇ ਨਾਲ ਕਰਵਾਉਂਦਾ ਸਰੋਵਰ ਦਾ ਔਰ ਆਪਣੇ ਮੰਦਰ ਦਾ ਹਰ ਪਾਸੇ ਤੋਂ ਸਾਵਧਾਨੀ ਵਰਤਦਾ ਹੈ। ਮਾਨ ਸਰੋਵਰ ਬਿਮਲ ਜਲ ਘਰ ਹੰਸਨ ਕੇਰਾ। ਹੁਣ ਕਵੀ ਜੀ ਨੇ ਆਪਣੀ ਸੁਰਤ ਨੂੰ ਮੋੜਾ ਦੇ ਦਿੱਤਾ। ਹੁਣ ਕਵੀ ਜੀ ਝੂਠੇ ਤਾਲ ਦੀਆਂ ਗੱਲਾਂ ਤੋਂ ਅੱਕ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਹਾਨ ਮਹਿਮਾ ਵੱਲ ਮੁੜ ਆਏ। ਧਿਆਨ ਧਰਿਆ ਸੱਚਖੰਡ ਦਾ ਤੇ ਕਹਿੰਦੇ ਨੇ ਇਹ ਤਾਂ ਮਾਨ ਸਰੋਵਰ ਹੈ। ਸਾਧ ਸੰਗਤ ਜੀ ਜੋ ਸਾਰੇ ਜਗਤ ਦਾ ਰੂਹਾਨੀਅਤ ਦਾ ਕੇਂਦਰ। ਕੋਈ ਸੱਜਣ ਕਹਿ ਸਕਦਾ ਹੈ ਕਿ ਵੇਖੋ ਭਾਈ ਸਾਹਿਬ ਸਾਰੇ ਜਗਤ ਦਾ ਰੂਹਾਨੀਅਤ ਦਾ ਕੇਂਦਰ ਤੁਸੀਂ ਤਾਂ ਕਹਿੰਦੇ ਹੋ ਕਿਉਂਕਿ ਤੁਸੀਂ ਸਿੱਖ ਹੋ ਤੇ ਤੁਸੀਂ ਗੁਰੂ ਘਰ ਨੂੰ ਮੰਨਣ ਵਾਲੇ ਹੋ। ਪਰ ਜੇ ਕਿਸੇ ਮੁਸਲਮਾਨ ਨੂੰ ਪੁੱਛ ਲਈਏ ਤੇ ਉਹ ਕਹੇਗਾ ਦੁਨੀਆ ਦਾ ਰੂਹਾਨੀਅਤ ਦਾ ਕੇਂਦਰ ਹੈ ਮੱਕਾ। ਪਰ ਅੱਗੋਂ ਸਵਾਲ ਇਹ ਹੈ ਪਿਆਰਿਆ
ਮੈਂ ਦੁਨੀਆ ਦੇ ਰੂਹਾਨੀਅਤ ਦੇ ਕੇਂਦਰ ਦੇ ਦਰਸ਼ਨ ਕਰਨੇ ਨੇ, ਮੈਨੂੰ ਮੱਕੇ ਲੈ ਚੱਲ। ਉਹ ਕਹਿੰਦਾ ਤੂੰ ਨਹੀਂ ਜਾ ਸਕਦਾ, ਕਿਉਂਕਿ ਕੇਵਲ ਮੁਸਲਮਾਨ ਹੀ ਜਾ ਸਕਦਾ ਹੈ। ਤੇ ਸੱਜਣਾ ਫਿਰ ਮੇਰਾ ਤੇ ਉਹਦੇ ਨਾਲ ਲੈਣਾ ਦੇਣਾ ਹੀ ਕੋਈ ਨਾ ਰਹਿਣ ਦਿੱਤਾ ਤੁਸਾਂ। ਉਹ ਕਹਿੰਦਾ ਮੁਸਲਮਾਨ ਬਣੇ ਬਗੈਰ ਮੱਕੇ ਨਹੀਂ ਜਾਣਾ। ਤੇ ਦੂਜੇ ਪਾਸੇ ਕੋਈ ਸਾਡਾ ਭਰਾ ਸਨਾਤਨੀ ਕਵੇਗਾ ਕਿ ਨਹੀਂ ਫਲਾਨਾ ਤੀਰਥ ਹੈ ਕੇਂਦਰ, ਤੇ ਕਵਾਂਗੇ ਭਾਈ ਸਾਨੂੰ ਲੈ ਚੱਲ। ਵਾਹਿਗੁਰੂ ਬਖਸ਼ ਲਵੇ, ਉਹ ਕਿਸੇ ਇੱਕ ਵਰਗ ਦੇ ਲੋਕਾਂ ਵੱਲ ਇਸ਼ਾਰਾ ਕਰਕੇ ਕਵੇਗਾ ਇਹ ਬੰਦੇ ਨਹੀਂ ਜਾ ਸਕਦੇ, ਆ ਬੀਬੀਆਂ ਨਹੀਂ ਜਾ ਸਕਦੀਆਂ। ਉਹਦਾ ਕਸੂਰ ਮੰਦਰ ਦਾ ਨਹੀਂ ਹੈ, ਉਸ ਬੰਦੇ ਦਾ ਨਹੀਂ ਹੈ, ਉਹ ਪਰੰਪਰਾ ਹੀ ਇਦਾਂ ਦੀ ਬਣ ਗਈ। ਉਹ ਤੇ ਕਹਿਣਾ ਪਵੇਗਾ ਦੁਨੀਆ ਦੀ ਅੱਧੋਂ ਜ਼ਿਆਦੀ ਆਬਾਦੀ ਨੂੰ ਤੇ ਤੁਸੀਂ ਅੰਦਰ ਵੜਨੀ ਨਹੀਂ ਦਿੰਦੇ, ਫਿਰ ਸਾਰੀ ਦੁਨੀਆ ਦਾ ਸਾਂਝਾ ਕਿਵੇਂ ਹੋ ਗਿਆ? ਸਾਂਝੀਵਾਲਤਾ ਕੇਵਲ ਤੇ ਕੇਵਲ ਧੰਨ ਗੁਰੂ ਰਾਮਦਾਸ ਜੀ ਦੇ ਘਰ ਹੀ ਨਜ਼ਰ ਆਵੇਗੀ। ਸਤਿ ਸ੍ਰੀ ਅਕਾਲ। ਇਸ ਕਰਕੇ ਗੁਰੂ ਸਵਾਰੇ ਖਾਲਸਾ ਜੀ, ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕੁੱਲ ਜਗਤ ਦਾ, ਕੁੱਲ ਬ੍ਰਹਮੰਡ ਦਾ, ਰੂਹਾਨੀਅਤ ਦਾ ਕੇਂਦਰੀ ਅਸਥਾਨ ਹੈ ਜੀ। ਤੇ ਮੈਂ ਅੰਮ੍ਰਿਤਸਰ ਕੀਰਤਨ ਗਨ ਸੰਤ ਬਸੇਰਾ। ਸ੍ਰੀ ਅੰਮ੍ਰਿਤਸਰ ਦੇ ਵਿੱਚ ਸਦਾ ਕੀਰਤਨ ਹੁੰਦਾ ਹੈ। ਤਾਹਾਂ ਬੈਕੁੰਠ ਜਹ ਕੀਰਤਨ ਤੇਰਾ, ਤੂੰ ਆਪੇ ਸਰਦਾ ਲਾਏ। ਕੀਰਤਨ ਤਾਂ ਜੰਗਲ ਦੇ ਵਿੱਚ ਮੰਗਲ ਲਾ ਦਿੰਦਾ ਹੈ। ਜਿੱਤੇ ਜੰਗਲਾਂ ਦੇ ਵਿੱਚ ਬਹਿ ਕੇ ਧੰਨ ਗੁਰੂ ਨਾਨਕ ਗਰੀਬ ਨਿਵਾਜ ਜੀ ਨੇ ਕੀਰਤਨ ਕੀਤਾ, ਉੱਥੇ ਖਾਲਸਾ ਜੀ ਮੰਦਿਰ ਬਣ ਗਏ, ਵੱਡੇ ਵੱਡੇ ਅਸਥਾਨ ਬਣ ਗਏ, ਜੰਗਲਾਂ 'ਚ ਮੰਗਲ ਲੱਗ ਗਏ। ਇਸ ਅਸਥਾਨ ਨੂੰ ਤਾਂ ਸਤਿਗੁਰਾਂ ਨੇ ਆਪਣੀ ਰਸਨਾ ਤੋਂ ਆਖਿਆ, ਡਿੱਠੇ ਸਭੇ ਥਾਵ ਨਹੀਂ ਤੁਧ ਜੇਹਿਆ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸ ਸਰ। ਅਨੂਪ ਰਾਮਦਾਸਪੁਰ ਨਾਨਕ ਕਸਮ ਲਜਾਏ ਨਹਾਇਆ ਰਾਮਦਾਸ ਸਰ। ਐਸਾ ਅਸਥਾਨ ਜਿਹਨੂੰ ਆਪ ਕਰਤੇ ਪੁਰਖ ਜੀ ਨੇ ਆਪ ਆਪਣੇ ਹੱਥੀਂ ਬੱਧਾ ਹੈ, ਉਹਦੀ ਵਡਿਆਈ ਉਪਮਾ ਤੋਂ ਰਹਿਤ ਹੈ, ਅਨੂਪਮ ਹੈ। ਸੋ ਕਵੀ ਜੀ ਕਹਿੰਦੇ ਨੇ ਸਦਾ ਕੀਰਤਨ ਦਾ ਪ੍ਰਵਾਹ ਹੈ ਜਿੱਤੇ, ਔਰ ਜਿੱਤੇ ਸਾਧੂਆਂ ਦੀ, ਸੰਤਾਂ ਦੀ, ਮਹਾਂਪੁਰਖਾਂ ਦੀ, ਬ੍ਰਹਮ ਗਿਆਨੀਆਂ ਦੀ ਕਿਸੇ ਗੁਰਮੁਖ ਦੇ ਬਚਨ ਉਹ ਕਹਿਣ ਲੱਗੇ ਵੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ, ਇਹ ਭਾਵਨਾ ਵਾਲੇ ਜਿਹੜਾ ਗਿਆਨ ਚਕਸ਼ੂ ਹੈ ਨਾ ਅੰਦਰ ਦਾ ਖੁੱਲ ਜਾਵੇ ਤਾਂ ਨਜ਼ਰ ਆਏਗਾ। ਉਹ ਕਹਿੰਦੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਦੇ ਵਿੱਚ ਸ਼ਹੀਦਾਂ ਸਿੰਘਾਂ ਮਹਾਂਪੁਰਖਾਂ ਦੇ ਸੀਸ ਲੱਗੇ ਨੇ, ਸ਼ਹੀਦੀ ਫੌਜਾਂ ਦੇ ਪੈਰੇ ਨੇ, ਉਹ ਤਾਂ ਗੱਲ ਇੱਕ ਪਾਸੇ ਰਹੀ। ਉਹ ਕਹਿੰਦੇ ਨੇ ਜਿਉਂਦੇ ਜਾਗਦਿਆਂ ਰੂਪਾਂ ਦੇ ਵਿੱਚ ਘੱਟੋ ਘੱਟ ਇੱਕ ਗੁਰੂ ਕਾ ਬ੍ਰਹਮ ਗਿਆਨੀ ਤਾਂ ਹਰ ਵੇਲੇ ਜ਼ਰੂਰ ਹੀ ਮੌਜੂਦ ਹੋਵੇਗਾ। ਸਤਿ ਸ੍ਰੀ ਅਕਾਲ। ਕੋਈ ਐਸਾ ਵਕਤ, ਇੱਕ ਮਿੰਟ, ਇੱਕ ਸਕਿੰਟ ਵੀ ਨਹੀਂ ਹੈ ਕਿ ਜਦੋਂ ਗੁਰੂ ਕਾ ਕੋਈ ਬ੍ਰਹਮ ਗਿਆਨੀ, ਗੁਰਮੁਖ, ਗੁਰਸਿੱਖ ਸਤਿਗੁਰਾਂ ਦੇ ਪਾਵਨ ਚਰਨਾਂ ਦੇ ਵਿੱਚ ਹਾਜ਼ਰ ਨਾ ਹੋਵੇ। ਇਸ ਕਰਕੇ ਪਿਆਰਿਓ, ਸੱਚਖੰਡ ਦੀ ਮਹਿਮਾ ਤਾਂ ਕਿਆ ਹੈ, ਉਹ ਸਾਡੇ ਵਰਗੇ ਬੰਦਿਆਂ ਦੇ ਤਾਂ ਵਾਸੀ ਨਹੀਂ ਵੀ ਆਪਾਂ ਗੁਰੂ ਕੇ ਦਰਬਾਰ ਦੀ ਮਹਿਮਾ, ਗੁਰੂ ਕੀ ਵਡਿਆਈ ਆਖੀਏ। ਕਮਲ ਪ੍ਰਫੁੱਲਤ ਬਹੁ ਬਰਨ ਦਿਪਤਾਵਤ ਸ਼ੋਭਾ। ਉਹਤੇ ਸ਼ੁਭ ਗੁਣਾਂ ਦੇ ਮਾਲਕ ਦੀਆਂ ਵਡਿਆਈਆਂ ਦੇ ਸੋਹਣੇ ਸੁੰਦਰ ਕਮਲ, ਕਮਲ ਰੂਪੀ ਹਿਰਦੇ ਗੁਰਸਿੱਖਾਂ ਦੇ ਖਿੜੇ ਹੋਏ। ਮਨਮੁਖ ਹਿਰਦਾ ਉਹ ਊਂਦਾ ਕਮਲ ਹੈ, ਬੁੱਧਾ, ਉਹਦੀ ਸੁਰਤ ਵਾਸਨਾ ਵੱਲ ਹੈ। ਪਰ ਜਿਹੜਾ ਮਨ ਗੁਰਮਤ ਦੇ ਅਨੁਸਾਰ ਸਿੱਧਾ ਹੋ ਗਿਆ, ਉਹ ਖਿੜਿਆ ਹੋਇਆ ਕਮਲ ਹੈ। ਧੰਨ ਗੁਰੂ ਰਾਮਦਾਸ ਜੀ ਦੇ ਦਰ ਤੇ ਗੁਰਮੁਖਾਂ ਦੇ, ਸਾਡੇ ਵਰਗੇ ਮਨਮੁਖ ਜਾਣ ਤਾਂ ਸਾਡੀ ਬਿਰਤੀ ਵੀ ਭਾਵੇਂ ਛਿੰਨ ਭਾਰੀ ਸਹੀ ਪ੍ਰੇਮ 'ਚ ਟਿਕ ਜਾਂਦੀ ਹੈ। ਜਿਨ੍ਹਾਂ ਨੇ ਗੁਰਮਤ ਦੀ ਕਮਾਈ ਕੀਤੀ ਹੈ ਉਹ ਤਾਂ ਆਨੰਦ ਹੀ ਆਨੰਦ ਸਮਾਧੀ ਵਿੱਚ ਜਾ ਪਹੁੰਚਦੇ ਹਨ। ਸਤਨਾਮ ਹਰ ਰਾਮ ਪ੍ਰਭ ਆਲ ਜਨ ਗਨ ਲੋਭਾ। ਵਾਹਿਗੁਰੂ ਜੀ ਦਾ ਜੋ ਨਾਮ ਹੈ ਉਹ ਪਰਮੇਸ਼ਰ ਅਕਾਲ ਪੁਰਖ ਜੀ ਦਾ ਨਾਮ ਕਮਲ ਹੈ। ਗੁਰਮੁਖਾਂ ਦੇ ਹਿਰਦੇ ਉਹ ਭਵਰੇ ਬਣ ਕੇ ਨਾਮ ਦੀ ਮਹਿਕ ਦੇ ਉੱਤੇ ਜਾ ਕੇ ਆਪਣਾ ਆਪਾ ਵਾਰ ਰਹੇ ਹਨ। ਵਿੱਚ ਸੁੰਦਰ ਮਕਰੰਦ ਹੈ ਆਨੰਦ ਸੰਦੋਹਾ। ਸੁੰਦਰ ਮਕਰੰਦ ਖਿੜਿਆ ਹੋਇਆ ਕੌਲ। ਜੇ ਜਹਾਜ਼ ਤੋਂ ਕੋ ਫੋਟੋ ਲਵੇ ਨਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ,
ਜੋ ਸੱਚਖੰਡ ਜੀ ਦਾ ਗੁੰਬਦ ਹੈ ਇਹ ਖਾਲਸਾ ਜੀ ਖਿੜੇ ਹੋਏ ਕਮਲ ਦੇ ਨਕਸ਼ੇ ਦੇ ਉੱਤੇ ਹੈ। ਉਹ ਭਾਵ ਅਧਿਆਤਮਕ ਹੈ ਤੇ ਐਸਾ ਅਧਿਆਤਮਕ ਭਾਵ ਹੈ। ਹੁਣ ਕਈ ਸੱਜਣ ਨਾ ਪੁੱਛਣਗੇ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਊਂਡ ਸਿਸਟਮ ਕਿਹੜਾ? ਉਹ ਭੋਲਿਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਤੇ ਸਾਊਂਡ ਸਿਸਟਮ ਦਾ ਮੁਤਾਜ ਹੈ? ਇੱਥੇ ਤਾਂ ਜਦੋਂ ਅਜੇ ਬਿਜਲੀ ਕੋਈ ਮਾਈਕ ਕੁਛ ਹੁੰਦਾ ਹੀ ਨਹੀਂ ਸੀ। ਧੰਨ ਬਾਬਾ ਬੁੱਢਾ ਜੀ ਜਦੋਂ ਹੁਕਮਨਾਮਾ ਸੁਣਾਉਂਦੇ ਤਾਂ ਪ੍ਰਕਰਮਾਂ ਦੇ ਵਿੱਚ ਆਵਾਜ਼ ਗੂੰਜਦੀ ਕੱਲੇ ਕੱਲੇ ਕੰਨਾਂ ਦੇ ਵਿੱਚ ਪੈਂਦੀ। ਉਹ ਤਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਐਸੀ ਕਮਾਲ ਦੀ ਉਹ ਕਲਾਕ੍ਰਿਤੀ ਬਣਾਈ ਹੈ ਕਿ ਉਹ ਤੋਂ ਆਵਾਜ਼ ਕਿਤੇ ਸਾਊਂਡ ਸਿਸਟਮ ਦੀ ਮੁਤਾਜ ਹੈ ਹੀ ਨਹੀਂ। ਉਹ ਤਾਂ ਬਿਨਾਂ ਸਾਊਂਡਾਂ ਤੋਂ ਹੀ, ਬਿਨਾਂ ਮਾਈਕਾਂ ਤੋਂ ਹੀ ਖਾਲਸਾ ਜੀ ਮਹਾਂਪੁਰਖ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸਰਬੱਤ ਸੰਗਤਾਂ ਨੂੰ ਗੁਰੂ ਕਾ ਹੁਕਮ ਸੁਣਾਉਂਦੇ ਰਹੇ ਹਨ। ਲਗੋ ਦੀਰਘ ਦਲ ਬ੍ਰਿੰਦ ਹੈ ਸਦ ਗੁਣ ਗਨ ਸੋਹਾ। ਜੋ ਪਰਮੇਸ਼ਰ ਦੇ ਵਾਹਿਗੁਰੂ ਦੇ ਗੁਣ, ਉਹਦੀਆਂ ਵਡਿਆਈਆਂ, ਛੋਟੇ ਵੱਡੇ ਕਮਲ ਦੇ ਫੁੱਲਾਂ ਦੀ ਨਿਆਈ ਖਿੜੇ ਹੋਏ ਹਿਰਦੇ ਗੁਰਮੁਖ ਨੇ ਕੋਈ ਕੀਰਤਨ ਦੇ ਵਿੱਚ ਮਸਤ ਹੈ, ਕੋਈ ਨਾਮ ਦੇ ਵਿੱਚ ਹੈ, ਕੋਈ ਬਾਣੀ ਦੇ ਵਿੱਚ ਹੈ, ਅੰਦਰ ਲਗਨ ਲੱਗੀ ਹੋਈ ਹੈ। ਅਣਗਿਣਤ ਅਣਗਿਣਤ ਗੁਰੂ ਕੇ ਪਿਆਰੇ ਗੈਬੀ ਰੂਹਾਂ। ਪ੍ਰੋਫੈਸਰ ਪੂਰਨ ਸਿੰਘ ਜੀ ਦਾ ਉਹ ਬਚਨ ਆਪਾਂ ਸਾਰੇ ਪੜ੍ਹਦੇ ਸੁਣਦੇ ਆ ਨਾ, ਸਾਰਿਆਂ ਨੂੰ ਪਤਾ ਹੈ। ਉਹਨਾਂ ਨੇ ਬੜੇ ਵਜਦ ਵਿੱਚ ਆ ਕੇ ਲਿਖਿਆ ਸੀ ਕਿ ਦਰਬਾਰ ਸਾਹਿਬ ਜੀ ਦੀਆਂ ਪਰਕਰਮਾਂ ਵਿੱਚ ਦਾਖਲ ਹੋਣ ਵਾਲਿਆ ਸਿੱਖਾ, ਓਏ ਪੈਰ ਸੰਭਲ ਕੇ ਧਰੀ। ਜਿਹੜੀ ਇੱਟ ਤੇ ਪੈਰ ਰੱਖ ਕੇ ਤੁਰਨ ਲੱਗਾ ਏ, ਇੱਕ ਇੱਕ ਇੱਟ ਦੇ ਥੱਲੇ ਸੈਂਕੜੇ ਸੈਂਕੜੇ ਸ਼ਹੀਦਾਂ ਦੇ ਸੀਸ ਲੱਗੇ ਹੋਏ ਨੇ। ਜਿੱਤੇ ਏਡਾ ਤਗੜਾ ਪਹਿਰਾ ਹੋਵੇ ਸ਼ਹੀਦਾਂ ਸਿੰਘਾਂ ਦਾ, ਸਾਧ ਸੰਗਤ ਜੀ ਉੱਤੇ ਬਿਰਤੀ ਜਿਹੜੀ ਹੈ, ਸੁਰਤ ਜਿਹੜੀ ਹੈ, ਇਹ ਕੋ ਬਹੁਤਾ ਹੀ ਵੱਡਾ ਕੋ ਮੇਰੇ ਵਰਗਾ ਪਾਪੀ ਹੋਵੇ ਤੇ ਸ਼ਾਇਦ ਨਾ ਜੁੜੇ। ਨਹੀਂ ਤਾਂ ਜੇ ਸਧਾਰਨ ਰੂਪ ਦੇ ਵਿੱਚ ਵੀ ਬੰਦੇ ਦੇ ਵਿੱਚ ਸ਼ਰਧਾ ਹੋਵੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪਰਕਰਮਾਂ ਵਿੱਚ ਤਾਂ ਸਿੱਧੀ ਤਾਰ ਲੱਗ ਜਾਂਦੀ ਹੈ। ਉਤੇ ਸਾਰੇ ਗੁਰੂ ਕੇ ਚਰਨਾਂ ਵਿੱਚ ਜਾ ਸੋਭਾ ਪਾਉਂਦੇ ਹਨ। ਜਹ ਪ੍ਰਾਗ ਸ਼ਰਧਾ ਸੁਭਗ ਚਾਹੋਂ ਦਿਸ ਪਸਰੰਤੇ। ਸਤਿਗੁਰਾਂ ਦੇ ਇਸ ਪਾਵਨ ਤੀਰਥ ਦੀ ਸੋਭਾ ਸਾਰਿਆਂ ਥਾਵਾਂ ਤੇ ਪਸਰੀ ਹੋਈ ਹੈ। ਕੋਈ ਅਸਥਾਨ ਨਹੀਂ ਹੈ ਜਿਹੜਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਸ਼ਰੀਕਾ ਕਰ ਲੈ। ਸਾਧ ਸੰਗਤ ਜੀ ਗੁਰੂ ਘਰ ਸਾਰੇ ਹੀ ਸਤਿਗੁਰਾਂ ਦੇ ਨੇ, ਪਰ ਗੁਰਮੁਖੋ ਉਹ ਕੇਂਦਰੀ ਅਸਥਾਨ ਹੈ। ਕੋਈ ਸਤਿਗੁਰਾਂ ਦਾ ਅਸਥਾਨ ਵੱਡਾ ਛੋਟਾ ਨਹੀਂ, ਪਰ ਉਹ ਕੇਂਦਰ ਹੈ। ਤੇ ਜੇ ਏਦਾਂ ਵੀ ਬਚਨ ਕਹਿ ਲਈਏ ਨਾ ਵੀ ਬਾਕੀ ਸਾਰੇ ਗੁਰੂ ਕੇ ਅਸਥਾਨ ਨਦੀਆਂ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਗਰ ਹੈ। ਸਾਰੀਆਂ ਨਦੀਆਂ ਜਾ ਕੇ ਸਾਗਰ ਵਿੱਚ ਹੀ ਮਿਲਦੀਆਂ। ਉਸੇ ਪ੍ਰਕਾਰ ਸਾਰੇ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪੀ ਉਹ ਸਾਗਰ ਦੇ ਵਿੱਚ ਹੀ ਜਾ ਕੇ ਸਾਡੀ ਤਾਰ ਜੁੜਦੀ ਹੈ। ਸੋ ਸਾਧ ਸੰਗਤ ਜੀਓ, ਮੇਰੇ ਪਾਤਸ਼ਾਹ ਜੀ ਨੇ, ਗਰੀਬ ਨਵਾਜ ਕਿਰਪਾਲੂ ਜੀ ਨੇ ਐਸੀ ਮਹਾਨ ਰਚਨਾ ਰਚੀ ਹੈ। ਮੇਰੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਕਵੀ ਜੀ ਇਹ ਆਪਣੇ ਵੱਲੋਂ, ਕਿਉਂਕਿ ਵਡਿਆਈ ਪੂਰੀ ਨਹੀਂ ਹੋ ਸਕਦੀ, ਕਵੀ ਜੀ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟਾ ਕਰ ਰਹੇ ਹਨ। ਸੁਠ ਮਿਰਣਾਲ ਗੁਰ ਚਰਨ ਕੇ ਪ੍ਰੇਤੇ ਉਪਜੰਤੇ। ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀਓ, ਆਪ ਜੀ ਦੇ ਪਾਵਨ ਅਸਥਾਨ ਦੀਆਂ ਵਡਿਆਈਆਂ ਅਸੀਂ ਗਰੀਬ ਕੀ ਕਰ ਸਕਦੇ ਹਾਂ। ਐਸਾ ਸਤਿਗੁਰਾਂ ਦਾ ਜਿਹੜਾ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਮਲ ਹੈ, ਤੇ ਜਿਹੜਾ ਪੁੱਲ ਜਾਂਦਾ ਹੈ ਨਾ ਜੀ, ਕਵੀ ਜੀ ਕਹਿੰਦੇ ਨੇ ਇਹ ਨਾਲ ਹੈ ਕਮਲ ਦੇ ਫੁੱਲ ਦੀ। ਕਮਲ ਦਾ ਫੁੱਲ ਨਾਲ ਹੀ ਹੁੰਦੀ ਹੈ ਨਾ, ਇਹ ਨਾਲ ਹੈ। ਕਮਲ ਖਿੜਿਆ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਇਸ ਤਰ੍ਹਾਂ ਕਵੀ ਜੀ ਵਡਿਆਈਆਂ ਕਰ ਰਹੇ ਨੇ। ਖਾਲਸਾ ਜੀ ਹੋਲਾ ਮਹੱਲਾ ਵੀ ਖਾਲਸਾ ਪੰਥ ਮਨਾ ਰਿਹਾ। ਸਾਧ ਸੰਗਤ ਜੀ ਗੁਰਬਾਣੀ ਦੇ ਵਿੱਚ ਨਾ ਆਪ ਪ੍ਰੇਮੀ ਗੁਰੂ ਕੀ ਬਾਣੀ ਨਾਲ ਜੁੜੇ ਹੋਏ ਜਿੰਨੇ ਦਰਸ਼ਨ ਕਰਦੇ ਹੋ, ਭਗਤ ਪ੍ਰਹਿਲਾਦ ਜੀ ਦਾ ਨਾਮ ਇੱਕ ਵਾਰ, ਦੋ ਵਾਰ, 10 ਵਾਰ ਨਹੀਂ ਬਲਕਿ 50 ਵਾਰੀ ਆਇਆ। 50 ਵਾਰੀ ਐਸੇ ਮਹਾਨ ਭਗਤ ਨੇ, ਉਹਨਾਂ ਦੀ ਸਾਖੀ ਆਪਾਂ ਪੜ੍ਹਦੇ ਸੁਣਦੇ ਆਂ
ਸਾਧ ਸੰਗਤ ਜੀ, ਨਰ ਸਿੰਘ ਪ੍ਰਗਟ ਹੋਣਾ ਤੇ ਪ੍ਰਹਿਲਾਦ ਦਾ ਸਿਦਕ, ਇਹ ਦੋਵੇਂ ਚੀਜ਼ਾਂ ਸਤਿਗੁਰਾਂ ਨੇ ਆਪਣੇ ਖਾਲਸੇ ਪੰਥ ਦੇ ਹਿਰਦੇ ਦੇ ਵਿੱਚ ਬਿਠਾਈਆਂ ਨੇ। ਸਿੱਖ ਨੂੰ ਸੰਤ ਬਣਾਇਆ ਹੈ ਕਿਹਦੇ ਵਰਗਾ? ਭਗਤ ਪ੍ਰਹਿਲਾਦ ਵਰਗਾ, ਜੋ ਨਿਡਰ ਹੈ, ਜੋ ਪੂਰੇ ਭਰੋਸੇ ਵਾਲਾ ਹੈ, ਸਿਦਕ ਵਾਲਾ ਹੈ, ਜਿਸ ਦੇ ਮਨ ਵਿੱਚ ਕੋਈ ਕਪਟ ਨਹੀਂ ਹੈ। ਤੇ ਫਿਰ ਆਪਣੇ ਸਿੱਖ ਨੂੰ ਸਿਪਾਹੀ ਬਣਾਇਆ ਨਰ ਸਿੰਘ ਵਰਗਾ। ਸਾਧ ਸੰਗਤ ਜੀ, ਇੱਕ ਬੰਨੇ ਸੰਤ ਦੀ ਹੋਲੀ ਹੈ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ, ਤੇ ਦੂਜੇ ਬੰਨੇ ਸਿਪਾਹੀ ਦੀ ਹੋਲੀ ਵੀ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਸਵਈਆ ਦਸਮ ਦੀ ਬਾਣੀ ਦੇ ਅੰਦਰ ਫਰਮਾਇਆ, ਬਾਣ ਚਲੇ ਤੇ ਕੁਮਕੁਮ ਮਾਨੋ ਮੂਠ ਗੁਲਾਲ ਕੀ ਸਾਂਗ ਪ੍ਰਹਾਰੀ, ਢਾਲ ਮਨੋ ਡਫਮਾਲ ਬਣੀ ਹੱਥ ਨਾਲ ਬੰਦੂਕ ਚੁੱਟੇ ਪਿਚਕਾਰੀ, ਸਰੌਣਤ ਭਰੇ ਪਟਬੀਰਨ ਕੇ ਉਪਮਾਂਜਨ ਘੋਰ ਕੇ ਕੇਸਰ ਡਾਰੀ, ਖੇਲਤ ਫਾਂਗ ਕੇ ਵੀਰ ਲੜੈ ਨਵਲਾਸ ਲੀਏ ਕਰਵਾਰ ਕਟਾਰੀ। ਕਹਿੰਦੇ ਨੇ ਤੀਰ ਚੱਲਦੇ ਨੇ, ਇਹ ਕੁਮਕੁਮ ਦੇ ਛਿੱਟੇ ਨੇ, ਨੇਜ਼ਾ ਚੱਲਦਾ ਹੈ, ਇਹ ਗੁਲਾਲ ਦੀ ਮੁੱਠ ਹੈ, ਬੰਦੂਕ ਪਿਚਕਾਰੀ ਹੈ, ਢਾਲਾਂ ਡਫਮਾਲੀਆਂ ਬਣੀਆਂ ਹੋਈਆਂ ਢੱਡਾਂ। ਤੇ ਮੇਰੇ ਹਜੂਰ ਕਹਿੰਦੇ ਨੇ, ਮੇਰਾ ਖਾਲਸਾ ਜ਼ੁਲਮ ਦੇ ਵਿਰੁੱਧ ਅੜ ਕੇ ਹੱਕ ਲਈ, ਸੱਚ ਲਈ, ਇਨਸਾਫ ਲਈ, ਧਰਮ ਲਈ ਖੂਨ ਦਾ ਹੋਲਾ ਖੇਡਦਾ ਹੈ। ਔਰਨ ਕੀ ਹੋਲੀ ਮਮ ਹੋਲਾ, ਕਹਿਓ ਕਿਰਪਾ ਨਿਧ ਬਚਨ ਅਮੋਲਾ। ਹੋਲਾ ਮਹੱਲਾ ਜਿੱਤੇ ਖਾਲਸੇ ਦੀ ਨਿਸ਼ਠਾ, ਖਾਲਸੇ ਦਾ ਭਰੋਸਾ, ਖਾਲਸੇ ਦੇ ਸਿਦਕ, ਧੀਰਜ ਦਾ ਪ੍ਰਤੀਕ ਹੈ। ਉਹ ਤੇ ਨਾਲ ਦੀ ਨਾਲ ਹੀ ਖਾਲਸੇ ਦੇ ਪਰਾਕਰਮ, ਖਾਲਸੇ ਦੇ ਬਾਹੂਬਲ ਦਾ ਵੀ ਪ੍ਰਤੀਕ ਹੈ। ਸਤਿਗੁਰੂ ਜੀ ਕਿਰਪਾ ਕਰਨ, ਇਹਨਾਂ ਤਿਉਹਾਰਾਂ ਨੂੰ ਮਨਾਉਂਦਿਆਂ ਹੋਇਆਂ ਆਪਾਂ ਸਤਿਗੁਰਾਂ ਦੇ ਕੋਲੋਂ ਨਾਮਦਾਨ ਦੀ ਦਾਤ ਵੀ ਮੰਗੀਏ, ਵੀਰਤਾ ਵੀ ਮੰਗੀਏ, ਸੰਤ ਰੂਪ ਦੇ ਵਿੱਚ ਵੀ ਤੇ ਸਿਪਾਹੀ ਰੂਪ ਦੇ ਵਿੱਚ ਵੀ ਸਤਿਗੁਰੂ ਸਾਨੂੰ ਆਪਣੇ ਦਰ ਤੇ ਪ੍ਰਵਾਨ ਚੜਾ ਲੈਣ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਸਤਿਗੁਰੂ ਗਰੀਬ ਨਿਵਾਜ ਜੀ ਦੇ ਚਰਨਾਂ ਦੇ ਵਿੱਚ ਬਹੁਤ ਵੱਡੇ ਭਾਗਾਂ ਦੁਆਰਾ ਹਾਜ਼ਰੀ ਮਿਲੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਪਾਵਨ ਚਰਨਾਂ ਦੇ ਵਿੱਚ ਰੋਜ਼ਾਨਾ ਦੀ ਗੁਰੂ ਕੇ ਇਤਿਹਾਸ ਦੀ ਵਿਚਾਰ ਦੀ ਸੇਵਾ ਆਪ ਸੰਗਤਾਂ ਦੀ ਅਸੀਸ ਦੇ ਨਾਲ ਬਖਸ਼ਿਸ਼ ਹੈ। ਦਾਸ ਰੋਜ਼ ਉੱਤੇ ਹਾਜ਼ਰੀ ਆਪ ਸੰਗਤਾਂ ਦੀਆਂ ਅਸੀਸਾਂ ਦੇ ਨਾਲ ਭਰਦਾ ਹੈ। ਅੱਜ ਇੱਥੇ ਵੀ ਵੱਡੇ ਭਾਗਾਂ ਦੇ ਨਾਲ ਦਰਸ਼ਨ ਕਰਨ ਆਇਆਂ ਨੂੰ ਸਤਿਕਾਰਯੋਗ ਮੈਨੇਜਰ ਸਾਹਿਬ ਸਰਦਾਰ ਜਰਨੈਲ ਸਿੰਘ ਜੀ ਤਿਨਾਂ ਨੇ ਹੁਕਮ ਲਾ ਕੇ ਇਹ ਸੇਵਾ ਝੋਲੀ ਪਾਈ ਹੈ। ਗਿਆਨੀ ਜੀ ਸਤਿਕਾਰਯੋਗ ਇੱਥੋਂ ਦੇ ਮੁੱਖ ਗ੍ਰੰਥੀ, ਹੈੱਡ ਗ੍ਰੰਥੀ ਸਾਹਿਬ ਗਿਆਨੀ ਪ੍ਰਨਾਮ ਸਿੰਘ ਜੀ, ਗਿਆਨੀ ਪ੍ਰਤਪਾਲ ਸਿੰਘ ਜੀ, ਸਾਰੇ ਵਿਦਵਾਨਾਂ ਗੁਰਮੁਖਾਂ ਦਾ, ਭਾਈ ਸਾਹਿਬ ਜੀ ਦਾ ਬਹੁਤ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਇਸੇ ਪ੍ਰਕਾਰ ਸਾਡੇ ਗਰੀਬਾਂ ਦੀ ਝੋਲੀ ਆਪਣੇ ਅੰਮ੍ਰਿਤ ਬਚਨ ਪਾ ਕੇ ਸਾਡੇ ਕਲਯੁਗੀ ਜੀਵਾਂ ਦਾ ਭਲਾ ਕਰੋ। ਆਓ ਜੀ ਗੁਰਮੰਤਰ ਦੇ ਨਾਲ ਪ੍ਰੀਤ ਦੀ ਸਾਂਝ ਪਾਈਏ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਧਰੀਏ। ਵਾਹਿਗੁਰੂ 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 ਵਾਹਿ ਵਾਹਿਗੁਰੂ 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 ਵਾਹਿ हे अच्युत हे पार ब्रह्म हे पूरन हे सर्व मैं दुख भंजन गुणतास हे संगी हे निरंकार हे निर्गुण सब टेक हे गोविंद हे गुण निधान जाकै सदा विवेक हे अपरंपर हर हरे है पेहो बनहार हे संतह कै सदा संग निधारा आधार हे ठाकुर हौं दासरो मैं निर्गुण गुण नहीं कोई नानक दीजै नाम दान राखो हिया परोए आए प्रभ शरणागते कृपा निध दयालु एक अखर हर मन बस नारायण
ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।